ਬੱਲਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਸਤਪਾਲ ਸਾਲ ਵੱਲੋਂ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ। ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਇੱਕ ਸਰਬਪੱਖੀ ਸ਼ਖਸੀਅਤ ਤੇ ਮਾਨਵਤਾ ਦੇ ਮਸੀਹਾ ਹੋਏ ਹਨ, ਜਿਨ੍ਹਾਂ ਨੇ ਪੂਰਾ ਜੀਵਨ ਸੰਘਰਸ਼ ਕਰਦੇ ਹੋਏ ਦੱਬੇ ਕੁਚਲੇ ਸਮਾਜ ਨੂੰ, ਦਲਿਤ ਸਮਾਜ ਨੂੰ ਬਰਾਬਰਤਾ ਦੇ ਹੱਕ ਲੈ ਕੇ ਦਿੱਤੇ ਤੇ ਉਹਨਾਂ ਨੂੰ ਅਣਖ ਦੀ ਇੱਜ਼ਤ ਦੀ ਜਿਹੜੀ ਜ਼ਿੰਦਗੀ ਆ ਉਹਨੂੰ ਜਿਉਣ ਦੇ ਸਮਰੱਥ ਬਣਾਇਆ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ 14 ਅਪ੍ਰੈਲ 1891 ਨੂੰ ਮਹੂ ਛਾਉਣੀ ਮੱਧ ਪ੍ਰਦੇਸ਼ ਵਿਖੇ ਪਿਤਾ ਰਾਮ ਜੀ ਦਾਸ ਅਤੇ ਮਾਤਾ ਭੀਮਾ ਬਾਈ ਦੇ ਗ੍ਰਹਿ ਵਿਖੇ ਹੋਇਆ। ਆਪ ਨੇ ਦਲਿਤ ਸਮਾਜ ਦੇ ਉੱਤੇ ਅਨੇਕਾਂ ਹੀ ਪਾਬੰਦੀਆਂ ਹੋਣ ਦੇ ਬਾਵਜੂਦ ਉੱਚ ਵਿੱਦਿਆ ਜਿਹੜੀ ਆ ਉਹ ਪ੍ਰਾਪਤ ਕੀਤੀ ਤੇ ਆਪ ਦਾ ਜਿਹੜਾ ਪੂਰਾ ਜੀਵਨ ਆ ਉਹ ਸਾਰਾ ਸੰਘਰਸ਼ਮਈ ਰਿਹਾ। ਆਪ ਨੇ ਔਰਤ ਜਾਤੀ ਨੂੰ ਮਰਦ ਦੇ ਬਰਾਬਰ ਤੇ ਹੱਕ ਲੈ ਕੇ ਦੇਣ ਲਈ ਇੱਕ ਲੰਬਾ ਜਿਹੜਾ ਸੰਘਰਸ਼ ਆ ਉਹ ਕੀਤਾ। ਇਹ ਲੰਬੀ ਇੱਕ ਸੰਘਰਸ਼ਮਈ ਜੀਵਨ ਜਿਹੜਾ ਉਹ ਜਿਉਂਦੇ ਹੋਏ ਅਖੀਰ 6 ਦਸੰਬਰ 1956 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਹਨਾਂ ਦੇ ਸੰਘਰਸ਼ ਦੀ ਗਾਥਾ ਬਹੁਤ ਹੀ ਲੰਬੀ ਹੈ। ਅੱਜ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਦੇ ਉੱਤੇ ਮੇਰੇ ਨਾਲ ਹਨ ਗੋਲਡ ਮੈਡਲਿਸਟ ਰਿਟਾਇਰਡ ਪ੍ਰਿੰਸੀਪਲ ਸ਼੍ਰੀ ਸਤਪਾਲ ਜੱਸੀ ਜੀ। ਅੱਜ ਇਹਨਾਂ ਨਾਲ ਗੱਲਬਾਤ ਕਰਦੇ ਹੋਏ ਕੋਈ ਉਹਨਾਂ ਦੇ ਸੰਘਰਸ਼ ਦੀ ਜਿਹੜੀ ਗਾਥਾ ਆ ਉਹਦੇ ਨਾਲ ਤੁਹਾਡੀ ਸਾਰਿਆਂ ਦੀ ਇਹ ਸਾਂਝ ਪਵਾਉਂਦੇ ਆ। ਸਤਪਾਲ ਜੱਸੀ ਜੀ। ਜੈ ਗੁਰਦੇਵ, ਧੰਨ ਗੁਰਦੇਵ। ਜੱਸੀ ਸਾਹਿਬ, ਤੁਸੀਂ ਪ੍ਰਿੰਸੀਪਲ ਵੀ ਰਹੇ ਹੋ, ਪੂਰਾ ਜਿਹੜਾ ਜੀਵਨ ਤੁਹਾਡਾ ਨਿਕਲਿਆ ਉਹ ਬੱਚਿਆਂ ਨੂੰ ਸਿੱਖਿਆ ਦੇਣ ਦੇ ਵਿੱਚ ਨਿਕਲਿਆ ਅਤੇ ਜਿਵੇਂ ਕਿ ਬਾਬਾ ਸਾਹਿਬ ਬਾਰੇ ਆਪਾਂ ਸਾਰੇ ਥੋੜ੍ਹਾ ਬਹੁਤਾ ਜਾਣਦੇ ਹਾਂ। ਬਾਬਾ ਸਾਹਿਬ ਦਾ ਜਿਹੜਾ ਜੀਵਨ ਆ ਬਹੁਤ ਹੀ ਜਿਹੜਾ ਸੰਘਰਸ਼ਮਈ ਰਿਹਾ ਅਤੇ ਬਹੁਤ ਹੀ ਉਹਨਾਂ ਨੇ ਕਠਿਨ ਇੱਕ ਕਿਸਮ ਦੀ ਤਪੱਸਿਆ ਸਾਧਨਾ ਕੀਤੀ ਆ। ਅਤੇ ਤੁਸੀਂ ਥੋੜ੍ਹਾ ਜਿਹਾ ਸਾਡੇ ਸਰੋਤਿਆਂ ਨੂੰ ਇਹਦੇ ਬਾਰੇ ਜਾਣਕਾਰੀ ਦਿਓ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਿਹੜੇ ਦੁਨੀਆ ਦੇ 6ਵੇਂ ਵੱਧ ਪੜ੍ਹੇ ਲਿਖੇ ਅਤੇ ਭਾਰਤ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਵਿਅਕਤੀ ਹੋਏ ਹਨ। ਉਸ ਸਮੇਂ ਬਹੁਤ ਹੀ ਸਾਡੇ ਸਮਾਜ ਦੇ ਉੱਤੇ ਪਾਬੰਦੀਆਂ ਹੁੰਦੀਆਂ ਸਨ ਅਤੇ ਇਹਨਾਂ ਪਾਬੰਦੀਆਂ ਦੇ ਬਾਵਜੂਦ ਉਹ ਉੱਚ ਵਿੱਦਿਆ ਜਿਹੜੀ ਆ ਉਹ ਕਿਹਨਾਂ ਹਾਲਤਾਂ ਦੇ ਵਿੱਚ ਉਹ ਪ੍ਰਾਪਤ ਕਰ ਸਕੇ। ਸਾਲੋ ਸਾਹਿਬ, ਜਿਵੇਂ ਕਿ ਤੁਸੀਂ ਜਾਣਦੇ ਹੋ, ਭਾਰਤ ਰਤਨ ਡਾਕਟਰ BR ਅੰਬੇਡਕਰ ਸਾਹਿਬ ਦੀ ਜੀਵਨੀ ਜਿਹੜੀ ਆ ਉਹ ਬਹੁਤ ਲੰਬੀ ਆ। ਉਹਨਾਂ ਦੇ ਜਿਹੜੇ ਕੰਮ ਆ, ਉਹਨਾਂ ਦੀਆਂ ਜਿਹੜੀਆਂ ਕਿਰਤਾਂ ਆ, ਉਹਨਾਂ ਦਾ ਜਿਹੜਾ ਮਾਨਵਤਾ ਨੂੰ ਦੇਣ ਆ ਉਹ ਬਹੁਤ ਵੱਡੀ ਆ। ਜੇ ਆਪਾਂ ਉਹਨਾਂ ਨੂੰ ਸਮੇਟਦੇ ਜਾਈਏ, ਇਹ ਗੱਲ ਬਿਲਕੁਲ ਸਹੀ ਆ ਕਿ ਉਹ ਵਰਲਡ ਦੇ ਪੜ੍ਹੇ ਲਿਖੇ ਜਿਹੜੇ ਸੀ ਪਹਿਲੇ 5 ਉਹਨਾਂ ਵਿੱਚੋਂ ਇੱਕ ਸੀ। ਇਹ ਗੱਲ ਸਹੀ ਆ। ਨੰਬਰ 2, ਉਹਨੂੰ ਹਾਲਾਤ ਮਾੜੇ ਸੀ, ਗਰੀਬੀ ਸੀ। ਸਾਡੇ ਜਿਹੜੇ ਲੋਕ ਆ ਇਹਨਾਂ ਦਾ ਜਿਹੜਾ ਜੀਵਨ ਆ, ਸਮਾਜਿਕ ਜੀਵਨ ਬਹੁਤ ਨੀਵੇਂ ਦਰਜੇ ਦਾ ਸੀ। ਇਹ ਵੀ ਗੱਲ ਸਹੀ ਆ। ਪਰ ਉਹਨਾਂ ਨੇ ਪੜ੍ਹਾਈ ਜਿਹੜੀ ਆ ਜਾਰੀ ਰੱਖੀ। ਜਿਵੇਂ ਕਿ ਤੁਹਾਡਾ ਪ੍ਰਸ਼ਨ ਆ ਉਹਦੇ ਵਿੱਚ ਇਹ ਜਿਹੜਾ ਸਿਹਰਾ ਹੈ, ਵੈਸੇ ਤਾਂ ਲਗਨ ਮਿਹਨਤ ਸਿਰੜ ਨੂੰ ਹੀ ਜਾਂਦਾ ਆ, ਲੇਕਿਨ ਫਿਰ ਵੀ ਸੰਸਾਰ ਦੇ ਵਿੱਚ ਜਦੋਂ ਇੱਦਾਂ ਦੇ ਪੁਰਸ਼ ਆਉਂਦੇ ਆ, ਇਤਿਹਾਸਕ ਪੁਰਸ਼, ਯੁੱਗ ਪਲਟਾਊ ਪੁਰਸ਼ ਆਉਂਦੇ ਆ ਅਤੇ ਉਹਦੇ ਸਾਧਨ ਕੁਦਰਤੀ ਨਿਸ਼ਚਿਤ ਹੋਏ ਹੁੰਦੇ ਹਨ। ਜਦੋਂ ਇਹਨਾਂ ਨੇ BA ਕੀਤੀ 13 ਦੇ ਵਿੱਚ ਅਤੇ ਇਹਨਾਂ ਦੇ ਪਿਤਾ ਜੀ ਸ਼੍ਰੀ ਰਾਮ ਜੀ ਬਹੁਤ ਚਿੰਤਤ ਸੀ, ਕਿਉਂਕਿ ਡਾਕਟਰ ਸਾਹਿਬ ਜਿੱਦ ਕਰਦੇ ਸੀ ਕਿ ਮੈਂ ਪੜ੍ਹਾਈ ਕਰਨੀ ਆ। ਬਸ ਪਰਮਾਤਮਾ ਨੇ, ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਕਿਰਪਾ ਕਹਿ ਲਓ, ਇਹਨਾਂ ਨੇ ਜਦੋਂ ਇਹ ਗੱਲ ਕੀਤੀ, ਉਹਨਾਂ ਦਿਨਾਂ ਦੇ ਵਿੱਚ ਮਹਾਰਾਜਾ ਬੜੌਦਾ ਜਿਹੜੇ ਸੀ ਸਿਆਜੀ ਰਾਓ ਗਾਇਕਵਾੜ, ਉਹਨਾਂ ਨੇ ਜੂਨ 13 ਦੇ ਵਿੱਚ ਅਨਾਊਂਸਮੈਂਟ ਕੀਤੀ ਕਿ ਮੈਂ ਚਾਹੁੰਦਾ ਹਾਂ ਕਿ ਕੁਛ ਬੱਚਿਆਂ ਨੂੰ ਵਿਦੇਸ਼ੀ ਜਿਹੜੀ ਪੜ੍ਹਾਈ ਆ ਉਹ ਕਰਵਾਈ ਜਾਏ। ਉੱਧਰੋਂ ਪਿਤਾ ਸ਼੍ਰੀ ਜੀ ਦੇ ਜਿਹੜੇ ਦੋਸਤ ਸੀ ਸ਼੍ਰੀ ਕੇਲਸਕਰ ਜੀ, ਉਹ ਵੀ ਘਰ ਆ ਗਏ। ਅਚਾਨਕ ਇਹਨਾਂ ਦਾ ਵਿਚਾਰ ਵਟਾਂਦਰਾ ਹੁੰਦਾ ਆ। ਇਹਨਾਂ ਦੇ ਪਿਤਾ ਜੀ ਰਾਮਦਾਸ ਜੀ ਨੂੰ ਕਹਿੰਦੇ, ਰਾਮ ਜੀ ਤੁਸੀਂ ਘਬਰਾਉਣਾ ਨਹੀਂ, ਮੇਰੀ ਬੜੌਦਾ ਦੇ ਰਾਜਾ ਮਹਾਰਾਜਾ ਨਾਲ ਗੱਲਬਾਤ ਹੈਗੀ ਆ, ਮੈਂ ਉੱਥੇ ਲੈ ਕੇ ਜਾਊਂਗਾ। ਇਹ ਕੇਲਸਕਰ ਜੀ ਦੇ ਨਾਲ ਡਾਕਟਰ ਸਾਹਿਬ ਮਹਾਰਾਜਾ ਬੜੌਦਾ ਸਿਆਜੀ ਰਾਓ ਗਾਇਕਵਾੜ ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਬੱਚਿਆਂ ਨੇ
ਬਾਹਰ ਜਾਣਾ, ਪਹਿਲਾਂ ਉਹਨਾਂ ਦੀ ਇੰਟਰਵਿਊ ਕਰਾਓ ਮੇਰੇ ਨਾਲ। ਦੇਖ ਲਈਏ ਉਹਨੂੰ। ਹਾਂ, ਜਦੋਂ ਉਹਨਾਂ ਨੇ ਇੰਟਰਵਿਊ ਕਰਾਈ, ਭੀਮ ਰਾਓ ਜੀ ਨੂੰ ਉੱਥੇ ਭੇਜਿਆ ਗਿਆ ਅਤੇ ਉਹਨਾਂ ਨੇ ਕੋਈ ਪ੍ਰਸ਼ਨ ਕੀਤਾ, ਕਹਿੰਦੇ ਬੇਟਾ ਤੁਸੀਂ ਸਰਕਾਰੀ ਸਹਾਇਤਾ ਲੈ ਕੇ ਵਿਦੇਸ਼ ਪੜ੍ਹਨ ਜਾਣਾ ਚਾਹੁੰਦੇ ਹੋ? ਕਹਿੰਦੇ ਹਾਂਜੀ। ਕਹਿੰਦੇ ਜੇ ਸਹਾਇਤਾ ਤੁਹਾਨੂੰ ਮਿਲ ਜਾਵੇ ਤੁਸੀਂ ਕੀ ਕਰਨਾ ਚਾਹੁੰਦੇ ਆ? ਡਾਕਟਰ ਸਾਹਿਬ ਨੇ ਬਹੁਤ ਹੌਸਲੇ ਨਾਲ ਜਵਾਬ ਦਿੱਤਾ, ਕਹਿੰਦੇ ਮਹਾਰਾਜਾ ਸਾਹਿਬ, ਮੈਂ ਭਾਰਤ ਦੇ ਵਿੱਚ ਜਿਹੜਾ ਅਛੂਤਪਨ ਆ ਨਾ, ਹਾਂਜੀ ਜਿਹੜੀ ਗਰੀਬਾਂ ਦੀ ਨੀਵੀਂ ਹਾਲਤ ਹੈ ਨਾ, ਹਾਂਜੀ ਹਾਂਜੀ ਜੇ ਜਿਹੜੀਆਂ ਸਮਾਜ ਵਿੱਚ ਬੁਰਾਈਆਂ ਆ ਨਾ, ਅਸਮਾਨਤਾ ਹੈ ਜਿਹੜੀ, ਹਾਂਜੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਉਹ ਇਹਨਾਂ ਤਿੰਨਾਂ ਚੀਜ਼ਾਂ ਨੂੰ ਖਤਮ ਕਰਨ ਦੇ ਲਈ ਮੈਂ ਪੂਰਾ ਜੀਵਨ ਲਾ ਦਊਂਗਾ। ਠੀਕ ਠੀਕ। ਅਤੇ ਮਹਾਰਾਜਾ ਸੀਆ ਰਾਓ ਜੀ ਨੇ ਕਿਹਾ ਡਨ। ਕਹਿੰਦੇ ਓਕੇ ਆ, ਅਸੀਂ ਤੁਹਾਨੂੰ 25 ਰੁਪਏ ਮਹੀਨਾ ਵਜ਼ੀਫਾ ਦੇਵਾਂਗੇ, ਲੋੜ ਪੈ ਤੇ ਹੋਰ ਦੇਵਾਂਗੇ। ਵੀ ਕੇਲਕਰ ਦੀ ਸਹਾਇਤਾ ਦੇ ਨਾਲ ਇਹ 1913 ਦੇ ਵਿੱਚ ਸਮਝ ਲਓ ਜੁਲਾਈ 13 ਦੇ ਵਿੱਚ ਇਹ ਅਮਰੀਕਾ ਪਹੁੰਚੇ। ਉੱਥੇ ਉਹਨਾਂ ਨੇ ਸਕੂਲ ਆਫ ਸੋਸ਼ੀਓਲੋਜੀ, ਸਕੂਲ ਆਫ ਕਮਰਸ, ਸਕੂਲ ਆਫ ਪੋਲੀਟੀਕਲ ਮੋਰੈਲਿਟੀ, ਇਹ ਜਿਹੜਾ ਸਕੂਲ ਸੀ ਉਹਦੇ ਵਿੱਚ ਦਾਖਲਾ ਲਿਆ। ਅਤੇ ਇਹਨਾਂ ਨੂੰ ਸ਼ਰਤ ਰੱਖੀ ਗਈ ਸੀ ਮੋਰੇ ਕਿ ਜਦੋਂ ਤੁਸੀਂ ਪੜ੍ਹਾਈ ਕਰਕੇ ਆਓਗੇ ਉਦੋਂ 10 ਸਾਲ ਜਿਹੜੀ ਸੇਵਾ ਆ ਤੁਸੀਂ ਪਹਿਲਾਂ ਮਹਾਰਾਜਾ ਬੜੌਦਾ ਦੇ ਕਰਦੇ, ਉਹਦੀ ਰਿਆਸਤ ਵਿੱਚ ਕਰੋ, ਉਹਦੀ ਰਿਆਸਤ ਵਿੱਚ ਕਰੋਗੇ। ਇਹ ਕਹਿੰਦੇ ਕੋਈ ਗੱਲ ਨਹੀਂ। ਇਹ ਜਦੋਂ ਆਏ ਵਾਪਸ, ਫਿਰ ਇਹਨਾਂ ਨੇ ਰਾਜਾ ਜੀ ਨੂੰ ਪੁੱਛਿਆ, ਉਹ ਕਹਿੰਦੇ ਵੀ ਇੱਦਾਂ ਕਰਕੇ ਪੜ੍ਹਾਈ ਤਾਂ ਪੂਰੀ ਹੋ ਗਈ ਆ। ਕਹਿੰਦੇ ਸੇਵਾ ਕਰਨੀ ਚਾਹੁੰਦੇ ਆ? ਕਹਿੰਦੇ ਨਹੀਂ, ਅਜੇ ਪੜ੍ਹਾਈ ਪੂਰੀ ਕਰੋ। ਫਿਰ ਇਹ ਦੁਬਾਰਾ 16 ਵਿੱਚ ਇੰਗਲੈਂਡ ਗਏ, ਉੱਥੇ ਪਹੁੰਚੇ। ਪਰ ਉਹਦੇ ਵਿੱਚ ਇੱਕ ਸ਼ਰਾਰਤ ਕੀਤੀ ਬੜੌਦਾ ਦੇ ਮਹਾਰਾਜੇ ਨੇ, ਮਹਾਰਾਜੇ ਨੇ ਨਹੀਂ, ਉਹਨਾਂ ਦਾ ਇੱਕ ਸਟੇਟ ਸੈਕਟਰੀ ਸੀ, ਉਹਨੇ ਨੋਟਿਸ ਜਾਰੀ ਕੀਤਾ ਡਾਕਟਰ ਸਾਹਿਬ ਨੂੰ ਵੀ ਜਿਹੜੇ ਪੈਸੇ ਤੁਹਾਨੂੰ ਅਸੀਂ ਸਹਾਇਤਾ ਦਿੱਤੀ ਉਹ ਵਾਪਸ ਕਰੋ। ਜਿਹੜਾ 25 ਰੁਪਏ ਵਜ਼ੀਫਾ ਦਿੱਤਾ ਉਹ ਵਾਪਸ ਕਰੋ। ਇਹ ਕਹਿੰਦੇ ਵੀ ਇੱਦਾਂ ਦੀ ਤਾਂ ਕੋਈ ਸ਼ਰਤ ਨਹੀਂ ਸੀਗੀ। ਫਿਰ ਇਹ ਰਾਜਾ ਜੀ ਨੂੰ ਮਿਲੇ, ਰਾਜਾ ਜੀ ਕਹਿੰਦੇ ਕਿਹੜਾ ਮੂਰਖ ਕਹਿੰਦਾ? ਉਹਨੇ ਕਿਹਾ ਵੀ ਕਿਸੇ ਨੇ ਕੋਈ ਪੈਸਾ ਨਹੀਂ ਲੈਣਾ, ਇਹ ਇਹਨਾਂ ਨੂੰ ਸਹਾਇਤਾ ਦਿੱਤੀ ਸੀ, ਰਿਣ ਨਹੀਂ ਸੀ ਦਿੱਤਾ। ਜਦ ਕਿ ਜਿਹੜੇ ਕਰਮਚਾਰੀ ਉਹ ਕਹਿੰਦੇ ਸੀ ਅਸੀਂ ਰਿਣ ਦਿੱਤਾ, ਸਹਾਇਤਾ ਨਹੀਂ ਦਿੱਤੀ। ਇਸ ਕਰਕੇ ਇਹਨਾਂ ਨੇ ਇਹ ਤੋਂ ਬਾਅਦ ਫਿਰ ਉੱਥੇ ਯੂਨੀਵਰਸਿਟੀ ਵਿੱਚ, ਫਿਰ ਇਹਨਾਂ ਨੇ ਤੀਜੀ ਵਾਰ ਜਰਮਨ ਜਾਣਾ ਸੀ। ਉਹਦੇ ਲਈ ਇਹਨਾਂ ਨੇ ਆਪਣਾ ਇੱਕ ਦੋਸਤ ਸੀ ਇਹਨਾਂ ਦਾ ਰਤਨਾ ਵਟਕਰ ਪਟਨੇ, ਉਹਨੇ ਫਿਰ ਇਹਨਾਂ ਨੂੰ 4000 ਰੁਪਈਆ ਇਹਨਾਂ ਨੇ ਉਹ ਤੋਂ ਉਧਾਰਾ ਲਿਆ। ਕੁਛ ਅਕਸਰ ਉਹ ਤੋਂ ਪੈਸੇ ਲੈਂਦੇ ਰਹਿੰਦੇ ਸੀ। ਫਿਰ ਇਹਨਾਂ ਦੀ ਸਹਾਇਤਾ ਸੀ ਮਹਾਰਾਜਾ ਜਿਹੜਾ ਕੋਲਾਪੁਰ ਸੀ, ਕੋਲਾਪੁਰ ਵਾਲਿਆਂ ਨੇ ਵੀ ਖੁੱਲ੍ਹ ਕੇ ਸਹਾਇਤਾ ਕੀਤੀ ਆ। ਇਸ ਤਰ੍ਹਾਂ ਇਹਨਾਂ ਦਾ ਜਿਹੜਾ ਮੁੰਡ ਜਿਹੜਾ ਉਹ ਤਿਆਰ ਹੋਇਆ। ਫਿਰ ਇਹਨਾਂ ਨੇ ਤਕਰੀਬਨ ਲਾ ਲਓ ਦੁਨੀਆ ਦੀ ਸ੍ਰੇਸ਼ਟ ਐਜੂਕੇਸ਼ਨ ਵਿੱਚ ਇਹਨਾਂ ਦਾ ਪਹਿਲਾ ਨੰਬਰ ਸੀ, ਔਰ ਇਹਨਾਂ ਨੂੰ ਸਿੰਬਲ ਆਫ ਨੌਲੇਜ ਕਹਿ ਕੇ ਪੁਕਾਰਿਆ ਗਿਆ। ਇਹ ਇਹਨਾਂ ਦੇ ਆਪਣੇ ਯਤਨ ਔਰ ਇਹਨਾਂ ਮਹਾਂਪੁਰਸ਼ਾਂ ਦੀ ਸਹਾਇਤਾ ਦੇ ਨਾਲ ਇਸ ਜਿਹੜਾ ਮੁਕਾਮ 'ਤੇ ਪਹੁੰਚੇ। ਬਹੁਤ ਵਧੀਆ ਜੀ। ਬਾਬਾ ਸਾਹਿਬ ਬਹੁਤ ਹੀ ਦ੍ਰਿੜ ਵਿਸ਼ਵਾਸੀ ਇਹਨਾਂ ਇਨਸਾਨ ਸਨ, ਜਿਹੜੀ ਇੱਕ ਵਾਰੀ ਥਾਣ ਲਈ ਅਤੇ ਉਹਨੂੰ ਪੂਰੇ ਯਤਨ ਕਰਕੇ, ਉਪਰਾਲੇ ਕਰਕੇ ਉਹਨੂੰ ਜਿਹੜਾ ਪੂਰਾ ਮੰਜ਼ਿਲ ਮਕਸੂਦ ਤੱਕ ਉਸ ਗੱਲ ਨੂੰ ਇਹ ਪਹੁੰਚਾਉਂਦੇ ਸੀ। ਇਸ ਗੱਲ ਨੂੰ ਥੋੜ੍ਹਾ ਗਾਹਾਂ ਤੋਰਦੇ ਹਾਂ। ਅਤੇ ਬਾਬਾ ਸਾਹਿਬ ਨੇ ਇੱਕ ਐਜੂਕੇਸ਼ਨ ਦੇ ਪੱਖ ਤੋਂ ਮੂਕ ਨਾਇਕ ਅਖਬਾਰ ਜਿਹੜਾ ਸੀ ਜਨਵਰੀ ਸ਼ਾਇਦ 1920 ਦੇ ਵਿੱਚ ਇਹ ਪ੍ਰਕਾਸ਼ਿਤ ਕੀਤਾ ਸੀ, ਅਤੇ ਉਹਦੇ ਪਿੱਛੇ ਇਹਨਾਂ ਦਾ ਤੁਸੀਂ ਕੀ ਮਨੋਰਥ ਸਮਝਦੇ ਆ? ਦੇਖੋ, ਇਹ ਇੱਕ ਐਜੂਕੇਸ਼ਨ ਸੀ ਇਹਨਾਂ ਦੇ ਕੋਲ, ਅਤੇ ਇਹ ਮੰਨਦੇ ਸੀਗੇ ਵੀ ਐਜੂਕੇਸ਼ਨ ਜਿਹੜੀ ਆ, ਵਿੱਦਿਆ ਜਿਹੜੀ ਆ, ਗਿਆਨ ਜਿਹੜਾ ਆ, ਇਹ ਸ਼ੇਰਨੀ ਦਾ ਦੁੱਧ ਆ। ਜਿਹੜਾ ਐਜੂਕੇਸ਼ਨ ਲਊਗਾ ਉਹ ਦਹਾੜੂਗਾ। ਠੀਕ ਹੈ। ਪਰ ਜਦੋਂ ਤੱਕ ਐਜੂਕੇਸ਼ਨ ਨਹੀਂ ਸੀ ਤੇ ਉਦੋਂ ਦਹਾੜਨਾ ਮੁਸ਼ਕਿਲ ਸੀ। ਸੋ ਡਾਕਟਰ ਸਾਹਿਬ ਨੇ ਮੂਕ ਗੂੰਗਿਆਂ ਦਾ ਨੇਤਾ ਕਹਿ ਕੇ ਇੱਕ ਮੂਕ ਨਾਇਕ ਪੇਪਰ ਸਥਾਪਿਤ ਕੀਤਾ 1919 'ਚ। ਡਾਕਟਰ ਸਾਹਿਬ ਉਹਦੇ ਕਰਤਾ ਧਰਤਾ ਸੀ, ਪਰ ਬਾਈ ਨੇਮ ਡਾਕਟਰ ਸਾਹਿਬ ਉਹ ਤੋਂ ਦੂਰ ਰਹਿੰਦੇ ਸੀ, ਕਿਉਂਕਿ ਉਦੋਂ ਇਹ ਸਰਕਾਰੀ ਕਾਲਜ ਦੇ ਵਿੱਚ ਪ੍ਰੋਫੈਸਰ ਸੀ। ਉਹਦੇ ਕਰਕੇ ਇਹ ਸਾਹਮਣੇ ਨਹੀਂ ਸੀ ਆਉਂਦੇ। ਫਿਰ ਇਹ ਜਿਹੜੇ ਉਦੋਂ ਦੇ ਹਿੰਦੂ ਸੀ ਲੋਕ ਅਖੌਤੀ, ਇਹ ਬਹੁਤ ਨਫ਼ਰਤ ਕਰਦੇ ਸੀ ਡਾਕਟਰ ਸਾਹਿਬ ਨੂੰ। ਇੱਥੇ ਤੇ ਲਾ ਲਓ ਕਿ ਜਿਹੜੇ ਆਜ਼ਾਦੀ ਦੇ ਵਿੱਚ ਕੁੱਦੇ ਬਾਲਗਰ, ਗੰਗਾ ਤਿਲਕ ਵਰਗੇ ਜਿਹੜੇ ਕੇਸਰੀ ਪੇਪਰ ਚਲਾਉਂਦੇ ਸੀ ਇੰਡੀਆ ਦੇ ਵਿੱਚ, ਉਹਨਾਂ ਨੇ ਮੂਕ ਨਾਇਕ ਦੀ ਮਸ਼ਹੂਰੀ ਕਰਨੇ ਤੋਂ ਨਾ ਕਰ ਦਿੱਤੀ, ਜਦ ਕਿ ਉਹਨਾਂ ਨੂੰ ਉਹਦੇ ਪੈਸੇ ਮਿਲਣੇ ਸੀ, ਐਡਵਰਟਾਈਜ਼ਮੈਂਟ ਦੇ ਪੈਸੇ ਮਿਲਣੇ ਸੀ। ਪਰ ਇਹਨਾਂ ਨੇ ਦਿਲ ਨਹੀਂ ਛੱਡਿਆ। ਇਹਨਾਂ ਨੇ ਇਹਨੂੰ ਅੱਗੇ ਲਿਜਾ ਕੇ ਅੱਗੇ ਪਕੜ ਮਜ਼ਬੂਤ ਕਰਨ ਦੇ ਲਈ ਅੱਗੇ ਲੈ ਕੇ ਗਏ। ਝੂਠ ਨੂੰ ਝੂਠ, ਸੱਚ ਨੂੰ ਸੱਚ। ਇਹਨਾਂ ਨੇ ਉਹਨਾਂ ਜਿਹੜਾ ਤਾਂ ਸੀ ਧਰਮ ਸੀ, ਪੈਸਾ ਸੀ, ਅਮਾਨ ਸੀ, ਇਹਦੇ ਆਧਾਰ 'ਤੇ ਉਹ ਡੋਲੇ ਨੇ। ਇਹਨੇ ਕੀ ਕੀਤਾ? ਇਹਨਾਂ ਨੇ ਕੇਵਲ ਆਜ਼ਾਦੀ ਦੇ ਲਈ ਆਜ਼ਾਦੀ ਚਾਹੁੰਦੇ ਸੀ। ਆਜ਼ਾਦੀ ਇਸ ਕਰਕੇ ਚਾਹੁੰਦੇ ਸੀ ਕਿ ਭਾਰਤ ਉੱਨਤ ਹੋਵੇ, ਭਾਰਤ ਤਰੱਕੀ ਕਰੇ, ਭਾਰਤ ਦੇ ਜਿਹੜੇ ਦਲਿਤ ਨੇ ਲੋਕ ਆ
ਇਹ ਸਿਰਮੌਰ ਪਹੁੰਚਣ। ਜਦ ਕਿ ਹਿੰਦੂ ਮਤ ਦਾ ਉਦੋਂ ਇੱਕੋ ਹੀ ਕੰਮ ਸੀ, ਇੱਕੋ ਹੀ ਉਦੇਸ਼ ਸੀ ਵੀ ਕਿਸੇ ਵੀ ਕੀਮਤ 'ਤੇ ਭਾਰਤੀ ਦਲਿਤ ਹਿੰਦੂਆਂ ਦੇ ਕਬਜ਼ੇ ਦੇ ਵਿੱਚੋਂ ਨਿਕਲਣੇ ਨਹੀਂ ਚਾਹੁੰਦੇ। ਬਰਾਬਰਤਾ ਤੇ ਨਾਲ ਬਰਾਬਰਤਾ ਉਹ ਚਾਹੁੰਦੇ ਸੀ ਕਿ ਅਸੀਂ ਇਹਨਾਂ ਨੂੰ ਬਰਾਬਰ ਨਹੀਂ ਆਉਣ ਦੇਣਾ। ਤੇ ਡਾਕਟਰ ਸਾਹਿਬ ਚਾਹੁੰਦੇ ਸੀ ਵੀ ਕਿਸੇ ਵੀ ਕੀਮਤ 'ਤੇ ਮੈਂ ਆਪਣੇ ਜੀਵਨ ਵਿੱਚ ਇਹਨਾਂ ਨੂੰ ਬਰਾਬਰ ਲਿਆਉਣਾ ਆ। ਠੀਕ ਹੈ, ਬਿਲਕੁਲ। ਸੋ ਇੱਕ ਮੈਂ ਗੱਲ ਜੇ ਤੁਹਾਨੂੰ ਕਰਾਂ ਥੋੜ੍ਹੀ ਜਿਹੀ ਬਾਹਰ ਜਾ ਕੇ, ਕਿ ਇੱਕ ਕਿਤਾਬ ਮੈਂ ਪੜ੍ਹੀ ਸੀ ਹਿੰਦੂ ਵਰਸਸ ਹਿੰਦੂ, ਉਹਦੇ ਵਿੱਚ ਕਲੀਅਰ ਲਿਖਿਆ ਠੀਕ ਹੈ ਕਿ ਅਸੀਂ ਹਿੰਦੂਆਂ ਦੇ ਨੇਤਾ ਨੇ ਸਿੱਧਾ ਲਿਖਿਆ ਕਿ 5000 ਸਾਲ ਤੱਕ ਅਸੀਂ ਭਾਰਤ ਵਿੱਚ ਕੋਈ ਧਾਰਮਿਕ ਜਾਂ ਰਾਜਨੀਤੀ ਨੇਤਾ ਨਹੀਂ ਪੈਦਾ ਹੋਣ ਦਿੱਤਾ, ਜਿਹੜਾ ਪੈਦਾ ਹੋਇਆ ਅਸੀਂ ਉਹ ਮਾਰ ਦਿੱਤਾ। ਪਰ ਕਹਿੰਦੇ ਇਹ ਅੰਗਰੇਜ਼ਾਂ ਨੂੰ ਸਿਰਾ ਜਾਂਦਾ, ਅੰਗਰੇਜ਼ਾਂ ਦੀ ਕਹਿੰਦੇ ਮਤਲਬ ਇਹ ਗਲਤੀ ਕੀਤੀ ਆ ਜਿਹੜਾ ਇਹਨਾਂ ਨੇ ਡਾਕਟਰ B.R. ਅੰਬੇਡਕਰ ਨੂੰ ਉਹਨਾਂ ਦੇ ਸਾਥੀਆਂ ਨੂੰ ਬਰਾਬਰ ਲਿਆਂਦਾ। ਜਦ ਕਿ ਹਿੰਦੂਆਂ ਨੇ ਉਹਨਾਂ ਉਸ ਕਿਤਾਬ 'ਚ ਲਿਖਿਆ ਕਿ ਅਸੀਂ ਭਾਰਤ ਆਜ਼ਾਦ ਨਹੀਂ ਸੀ ਚਾਹੁੰਦੇ, ਸਾਨੂੰ ਮਜਬੂਰਨ ਡਾਕਟਰ ਸਾਹਿਬ ਕਰਕੇ ਆਜ਼ਾਦੀ ਦਾ ਨਾਅਰਾ ਲਾਉਣਾ ਪਿਆ ਤਾਂ ਕਿ ਜਲਦੀ ਤੋਂ ਜਲਦੀ ਅੰਗਰੇਜ਼ ਜਾਣ, ਇਹ ਸਾਰੇ ਸਕੂਲ ਬੰਦ ਕਰਨ, ਜਿਹੜੇ ਅੰਗਰੇਜ਼ਾਂ ਨੇ ਸਕੂਲ ਖੋਲ੍ਹੇ ਦਲਿਤਾਂ ਲਈ ਉਹ ਬੰਦ ਕੀਤੇ ਜਾਣ, ਜਿਹੜੇ ਰਾਹ ਖੋਲ੍ਹੇ ਦਲਿਤਾਂ ਲਈ ਉਹ ਬੰਦ ਕੀਤੇ ਜਾਣ। ਸੋ ਮੂਕ ਨਾਇਕ ਦਾ ਇਹੀ ਮਤਲਬ ਸੀ ਕਿ ਉਹ ਗੂੰਗਿਆਂ ਦੇ ਬਿਹਾਫ 'ਤੇ ਬੋਲਦੇ ਸੀ ਤਾਂ ਕਿ ਉਹਨਾਂ ਦੇ ਦਿਲ ਦੇ ਵਿੱਚ ਇਹੀ ਇੱਕ ਇੱਛਾ ਸੀ, ਮੇਰੇ ਭਾਰਤ ਵਾਸੀ ਅਛੂਤ ਭਰਾ ਜਿਨ੍ਹਾਂ ਨੂੰ ਦਲਿਤ ਭਰਾ ਕਹਿੰਦੇ ਆ, ਗਰੀਬ ਪਰਿਵਾਰ ਆ, ਉਹ ਇੱਕ ਦਿਨ ਆਪਣੇ ਜੀਵਨ ਦੇ ਮੁਕਾਮ 'ਤੇ ਪਹੁੰਚ ਕੇ ਪੂਰੇ ਭਾਰਤ ਦੀ ਸੇਵਾ ਕਰਨ। ਇਹ ਬਾਬਾ ਸਾਹਿਬ ਨੇ ਪਛੜੇ ਸਮਾਜ ਲਈ ਜਾਂ ਜਿਹਨੂੰ ਆਪਾਂ ਦਲਿਤ ਸਮਾਜ ਕਹਿੰਦੇ ਆ, ਉਹਨਾਂ ਨੂੰ ਬਰਾਬਰ ਦੇ ਹੱਕ ਦਿਵਾਉਣ ਦੇ ਲਈ ਬੜੇ ਲੰਬੇ ਜਿਹੜੇ ਆ ਸੰਘਰਸ਼ ਕੀਤੇ ਆ, ਬੜੇ ਮੋਰਚੇ ਇਹ ਉਹਨੇ ਮਤਲਬ ਲਾਏ ਆ। ਇਹਨਾਂ ਦੇ ਵਿੱਚ ਇੱਕ ਖਾਸ ਆਉਂਦਾ ਹੋਵੇ ਪਾਣੀ, ਕਿਉਂਕਿ ਉਦੋਂ ਦਲਿਤ ਸਮਾਜ ਨੂੰ ਆਮ ਜਿਹੜੇ ਸੀਗੇ ਸਥਾਨਾਂ ਤੋਂ ਪਾਣੀ ਲੈਣ ਦੀ ਜਿਹੜੀ ਸੀ ਉਹ ਬੜੀ ਪਾਬੰਦੀ ਸੀ। ਅਤੇ ਉਸ ਵੇਲੇ ਇਹਦੀ ਮਹਾੜ ਤਲਾਬ ਦੇ ਉੱਤੇ ਪਾਣੀ ਪੀਣ ਦਾ ਇੱਕ ਅੰਦੋਲਨ ਜਿਹੜਾ ਸ਼ੁਰੂ ਕੀਤਾ। ਅਤੇ ਉਹ ਕੀ ਸੀ, ਮਤਲਬ ਉਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ। ਮਹਾੜ ਤਲਾਬ ਦੇ ਉੱਤੇ ਜੋ ਪਾਣੀ ਲੈਣ ਦਾ ਲਿਆ ਸੀ। ਸਾਲੋ ਸਾਹਿਬ ਹਾਂਜੀ ਸਾਰਾ ਪੜ੍ਹਿਆ ਲਿਖਿਆ ਸਮਾਜ ਜਾਣਦਾ ਆ ਹਾਂਜੀ ਕਿ ਡਾਕਟਰ ਸਾਹਿਬ ਮੀਨਸ ਸਟਰਗਲ। ਬਿਲਕੁਲ ਬਿਲਕੁਲ। ਡਾਕਟਰ ਸਾਹਿਬ ਮੀਨ ਸਟਰਗਲ, ਨਾ ਹੀ ਸੰਘਰਸ਼, ਉਹਨਾਂ ਦਾ ਨਾਂ ਹੀ ਸੰਘਰਸ਼ ਆ, ਉਹਨਾਂ ਦੇ ਜੀਵਨ ਹੀ ਸੰਘਰਸ਼ ਆ। ਪਰ ਇੱਕ ਸ਼ਬਦ ਇਹ ਸੀ ਕਿ ਉਹਨਾਂ ਦਾ ਸੰਘਰਸ਼ ਨਿਸਵਾਰਥ ਸੀ, ਸੈਲਫਲੈਸ ਸੀ, ਮਾਨਵਤਾ ਭਰਿਆ ਸੀ। ਉਹ ਦੂਜੇ ਲੋਕਾਂ ਦੇ ਲਈ ਵੀ ਸਾਰੇ ਕੰਮ ਕਰਦੇ ਸੀ। ਜਿਹੜਾ ਮਹਾੜ ਦੀ ਘਟਨਾ ਆ ਇਹ ਉਹਨਾਂ ਵਿੱਚੋਂ ਇੱਕ ਆ। ਇਹ ਮਾਰਚ 1927 ਦੀ ਜਿਹੜੀ ਘਟਨਾ ਆ, ਇਹ ਜ਼ਿਲ੍ਹਾ ਜਿਹੜਾ ਕੋਲਾਬਾ ਮਹਾਰਾਸ਼ਟਰ ਦੇ ਵਿੱਚ ਪੈਂਦਾ ਹੈ। ਡਾਕਟਰ ਸਾਹਿਬ ਨੇ 19 ਅਤੇ 20 ਮਾਰਚ ਨੂੰ ਇੱਥੇ ਅਛੂਤਾਂ ਦੀ ਇੱਕ ਕਾਨਫਰੰਸ ਬੁਲਾਈ। ਕਾਨਫਰੰਸ ਦੇ ਵਿੱਚ ਇਹਨਾਂ ਨੇ ਗੱਲ ਕੀਤੀ। ਡਾਕਟਰ ਸਾਹਿਬ ਕਹਿਣ ਲੱਗੇ ਅਸੀਂ ਇੱਥੇ ਇਸ ਤਲਾਅ ਦੇ ਵਿੱਚੋਂ ਪਾਣੀ ਲੈਣਾ ਆ। ਨਾਲੇ ਉਹਨਾਂ ਨੇ ਨੋਟ ਦਿੱਤਾ ਪਾਣੀ ਪੀ ਦੇ ਬਗੈਰ ਅਸੀਂ ਇਹ ਨਹੀਂ ਵੀ ਮਰ ਜਾਣਾ ਆ, ਇਹ ਜ਼ਰੂਰੀ ਨਹੀਂ ਵੀ ਪਾਣੀ ਸਾਡਾ ਜੀਵਨ ਆ। ਕਹਿੰਦੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਪਰਮਾਤਮਾ ਇੱਕ ਆ, ਪਰਮਾਤਮਾ ਦੀ ਬਣਾਈ ਸ੍ਰਿਸ਼ਟੀ ਦੇ ਮੁਤਾਬਕ ਅਸੀਂ ਸਾਰੇ ਇੱਕ ਹਾਂ। ਸਾਡਾ ਕੁਦਰਤੀ ਹੱਕ ਬਣਦਾ ਅਸੀਂ ਇਸ ਪਾਣੀ ਦੇ ਉੱਤੇ ਅਸੀਂ ਇਸ ਪਾਣੀ ਦੀ ਵਰਤੋਂ ਕਰੀਏ। ਅਸੀਂ ਸਾਰੇ ਇਨਸਾਨ ਹਾਂ, ਇਨਸਾਨੀਅਤ ਦੇ ਨਾਤੇ ਵੀ ਸਾਡਾ ਹੱਕ ਬਣਦਾ, ਇਸ ਲਈ ਅਸੀਂ ਪਾਣੀ ਪੀਣਾ ਚਾਹੁੰਦੇ ਹਾਂ। ਸੋ ਡਾਕਟਰ ਸਾਹਿਬ ਨੇ ਉੱਥੇ ਜਦੋਂ ਇਹ ਤਾੜਨਾ ਕੀਤੀ ਕਿ ਇਹ ਜਿਹੜੇ ਗਰੀਬ ਲੋਕ ਆ, ਤੁਸੀਂ ਜੇ ਉੱਪਰ ਉੱਠਣਾ ਚਾਹੁੰਦੇ ਆ ਤਾਂ ਤੁਸੀਂ ਮਾਸ ਨਾ ਖਾਓ, ਤੁਸੀਂ ਮੀਟ ਨਾ ਖਾਓ, ਅਤੇ ਤੁਸੀਂ ਇਹ ਚੀਜ਼ਾਂ ਜਿਹੜੀਆਂ ਮਾਸ ਢੋਣ ਦਾ ਕੰਮ ਨਹੀਂ ਕਰਨਾ, ਪੁਰਾਣੀਆਂ ਕਰਨਾ, ਇਹਨਾਂ ਨੂੰ ਤਿਆਗ ਕਰੋ। ਅਤੇ ਹੁਣ ਆਪਾਂ ਮਤਲਬ 4 ਲਹਿਰਾਂ ਬਣਾ ਕੇ ਜਿਹੜਾ ਆ ਮਹਾੜ ਤਲਾਬ ਵੱਲ ਨੂੰ ਜਾਣਾ ਆ। ਫਿਰ ਕੀ ਹੋਇਆ, ਉੱਥੇ ਉਹਨਾਂ ਨੇ ਹਿੰਦੂਆਂ ਨੇ ਜਿਹੜਾ ਆ ਨੂੰ ਕਿਹਾ ਗਿਆ ਕਿ ਤੁਸੀਂ ਇਹ ਜਿਹੜਾ ਤਲਾਅ ਦਾ ਪਾਣੀ ਆ ਉਹ ਸਾਨੂੰ ਪੀਣ ਦਿੱਤਾ ਜਾਵੇ। ਉਹਨਾਂ ਨੇ ਅਛੂਤ ਲੋਕਾਂ ਨੇ ਦੀ ਐਡੀ ਵੱਡੀ ਗਿਣਤੀ ਨੂੰ ਆਇਆ ਨੂੰ ਦੇਖ ਕੇ ਉਹਨਾਂ ਲੋਕਾਂ ਨੇ ਕਿਹਾ ਵੀ ਇੱਦਾਂ ਤਾਂ ਗੱਲ ਬਣਨੀ ਨਹੀਂ ਹੈਗੀ, ਇੱਦਾਂ ਨਹੀਂ ਗੱਲ ਬਣਨੀ, ਇਹ ਤਾਂ ਇੱਥੋਂ ਜਾਣੇ ਚਾਹੀਦੇ ਆ। ਉਹਨਾਂ ਦੇ ਵਿੱਚ ਜਿਹੜੇ ਸ਼ਰਾਰਤੀ ਤੱਤਵ ਸੀ ਉਹਨਾਂ ਨੇ ਰੌਲੀ ਪਾਤੀ ਕਿ ਇੱਕ ਵੀਰੇਸ਼ਵਰ ਮੰਦਿਰ ਹੈ ਇੱਥੇ, ਠੀਕ ਹੈ, ਮਹਾੜ ਦੇ ਵਿੱਚ। ਇਹ ਜਿਹੜੇ ਅਛੂਤ ਪਾਲਿਸੀ ਬਣਾਉਂਦੇ ਪਏ ਆ ਕਿ ਜਿਹੜਾ ਮਹਾੜ ਤਲਾਅ ਆ ਅਤੇ ਇਹਦੇ ਜਿਹੜਾ ਅੰਦਰ ਇਹ ਨੇੜੇ, ਇਹ ਤੋਂ ਨੇੜੇ ਵੀਰੇਸ਼ਵਰ ਮੰਦਿਰ ਆ, ਵੀ ਉਹਦੇ 'ਚ ਦਾਖਲ ਹੋਣ ਲੱਗਿਆ। ਉੱਥੇ ਬਸ ਰੌਲਾ ਪੈ ਗਿਆ, ਦੰਗਾ ਹੋ ਗਿਆ, ਇੱਟ ਵੱਟਾ ਚੱਲਿਆ, ਪੁਲਿਸ ਨੇ ਪੰਡਤਾਂ ਦਾ ਸਾਥ ਦਿੱਤਾ। ਇਸ ਕਰਕੇ ਫਿਰ ਉੱਥੇ ਗੁੰਡਾਗਰਦੀ ਵੀ ਹੋਈ, ਇੱਟਾਂ ਵੱਟੇ ਵੀ ਚੱਲੇ, ਡਾਕਟਰ ਸਾਹਿਬ ਦੇ ਸੱਟਾਂ ਲੱਗੀਆਂ, ਛਤਰੀਆਂ ਇਹਨਾਂ ਦੀਆਂ ਟੁੱਟੀਆਂ, ਲੋਕਾਂ ਦੇ ਸੱਟਾਂ ਲੱਗੀਆਂ ਬਹੁਤ ਜ਼ਿਆਦਾ। ਅਤੇ ਜਿਹੜੀ ਪੁਲਿਸ ਸੀ ਨਾਲ ਦੇਣ ਕਰਕੇ ਫਿਰ ਡਾਕਟਰ ਸਾਹਿਬ ਨੇ ਘਰ ਕੇ ਕਿਹਾ ਵੀ ਇਨਸਾਨੀਅਤ ਦਾ ਫਰਜ਼ ਨਹੀਂ ਬਣਦਾ, ਪੁਲਿਸ ਜਿਹੜੀ ਆ ਉਹ ਜਾਣ ਬੁੱਝ ਕੇ ਦਲਿਤਾਂ ਨੂੰ ਅਛੂਤਾਂ ਨੂੰ ਖਰਾਬ ਕਰਦੀ ਆ, ਇਸ ਕਰਕੇ ਤੁਸੀਂ ਆਪਣੇ ਬੰਦਿਆਂ ਨੂੰ ਸੰਭਾਲੋ।
ਮੈਂ ਆਪਣੇ ਬੰਦਿਆਂ ਨੂੰ ਸੰਭਾਲਦਾ ਹਾਂ। ਫਿਰ ਕੀ ਹੋਇਆ, ਫਿਰ ਅਖੀਰ ਉਹਨਾਂ ਨੇ 9 ਬੰਦਿਆਂ ਨੂੰ ਅਰੈਸਟ ਕੀਤਾ। ਜਦੋਂ 9 ਬੰਦਿਆਂ ਨੂੰ ਅਰੈਸਟ ਕੀਤਾ ਅਤੇ ਉਹਨਾਂ 'ਤੇ ਮੁਕੱਦਮੇ ਚਲਾਏ। 5 ਨੂੰ ਸਜ਼ਾ ਹੋਈ, ਉਹ ਵੀ ਸਿਰਫ 4-4 ਮਹੀਨੇ ਦੀ ਸਜ਼ਾ ਵੀ ਤਾਂ ਹੋਈ ਕਿਉਂਕਿ ਉੱਥੇ ਦਾ ਜਿਹੜਾ ਉਸ ਵੇਲੇ ਦਾ SHO ਸੀ, ਜਿਹੜਾ ਮੁਨਸਫ ਸੀ, ਉਹ ਨੌਨ ਹਿੰਦੂ ਸੀ। ਉਹਦੇ ਕਰਕੇ 5-9 ਦੇ ਵਿੱਚੋਂ 5 ਨੂੰ ਸਜ਼ਾ ਹੋਈ 4-4 ਮਹੀਨੇ ਦੀ, ਜਿਹੜੀ ਕਿ ਉਹਨਾਂ ਦੇ ਕੋਈ ਖਾਸ ਗੱਲ ਨਹੀਂ ਸੀ। ਪਰ ਫਿਰ ਵੀ ਇਹ ਵੀ ਨਹੀਂ ਸੀਗਾ, ਚਲੋ ਇਹ ਵੀ ਸ਼ੁਕਰ ਸੀ ਕਿ ਉਸ ਵੇਲੇ ਹਾਕਮ ਨੇ ਕੋਈ ਨਾ ਕੋਈ ਕਾਰਵਾਈ ਤਾਂ ਕੀਤੀ ਨਾ, ਉਹਨੂੰ ਪਤਾ ਤਾਂ ਲੱਗਾ ਕਿ ਕਾਨੂੰਨ ਦੀ ਵਰਤੋਂ ਜਿਹੜੀ ਆ ਗਲਤ ਢੰਗ ਨਾਲ ਨਹੀਂ ਕਰਨੀ। ਸੋ ਇਸ ਤਰ੍ਹਾਂ ਉਹਨਾਂ ਨੇ ਆਪਣਾ ਇੱਕ ਜਮਾਂਦਰੂ ਦੈਵੀ, ਕਾਨੂੰਨੀ, ਸਮਾਜਿਕ, ਧਾਰਮਿਕ ਹੱਕ ਜਤਾਉਣ ਦੇ ਲਈ ਉਹਨਾਂ ਨੇ ਮਹਾੜ ਤਲਾਅ ਦਾ ਪਾਣੀ ਪੀਣ ਦੇ ਲਈ ਮਾਰਚ 27 ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ। ਜੈਸੇ ਬਹੁਤ ਵਧੀਆ ਢੰਗ ਦੇ ਨਾਲ ਤੁਸੀਂ ਇਹ ਦੱਸਿਆ ਅਤੇ ਚਾਨਣਾ ਪਾਇਆ, ਕਿਉਂਕਿ ਡਾਕਟਰ ਸਾਹਿਬ, ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਜਿੱਦਾਂ ਪਾਣੀ 'ਤੇ ਆਪਣਾ ਹੱਕ ਜਤਾਉਣ ਦੇ ਲਈ ਇਹ ਮਹਾੜ ਤਲਾਬ ਦੇ ਉੱਤੇ ਜਿਹੜਾ ਇਹ ਸੰਘਰਸ਼ ਕੀਤਾ। ਇਸੇ ਤਰ੍ਹਾਂ ਉਹਨਾਂ ਨੇ ਇਹ ਨਾਸਕ ਦੇ ਕਾਲਾ ਰਾਮ ਮੰਦਿਰ ਦੇ ਉੱਤੇ ਵੀ, ਕਿਉਂਕਿ ਮੰਦਿਰਾਂ ਦੇ ਵਿੱਚ ਉਦੋਂ ਜਾਣ 'ਤੇ ਇਹ ਦਲਿਤ ਸਮਾਜ ਨੂੰ ਜਿਹੜੇ ਲੋਕ ਸੀ, ਇਹਨਾਂ ਨੂੰ ਇਹ ਟੋਟਲੀ ਜਿਹੜੀ ਪੂਰਨ ਪਾਬੰਦੀ ਸੀ, ਅਤੇ ਉਹਨਾਂ ਨੇ ਉਹ ਨਾਸਕ ਦੇ ਕਾਲਾ ਰਾਮ ਮੰਦਿਰ ਦੇ ਵਿੱਚ ਪ੍ਰਵੇਸ਼ ਕਰਨ ਦੇ ਲਈ ਨਾ ਇੱਕ ਇਹ ਸੰਘਰਸ਼ ਵਿੱਢਿਆ। ਉਹਨਾਂ ਦੇ ਵਿੱਚ ਖਾਸ ਮਨੋਰਥ ਜਿਹੜਾ ਇਹਨਾਂ ਦਾ ਕੀ ਸੀ, ਬਾਬਾ ਸਾਹਿਬ ਦਾ ਕੀ ਸੀ? ਜਿਵੇਂ ਕਿ ਮੈਂ ਪਹਿਲਾਂ ਕਿਹਾ ਸਾਲੋ ਸਾਹਿਬ, ਜੇ ਮੈਂ ਹੁਣ ਵੀ ਕਹਿ ਦੇਵਾਂ ਕਿ ਸਾਰੇ ਕੰਮ ਜਿੱਦਾਂ ਸ਼੍ਰੀ ਗੁਰੂ ਰਵਿਦਾਸ ਜੀ ਮਾਨਵਤਾ ਲਈ ਕਰਦੇ ਸੀ, ਇੱਦਾਂ ਹੀ ਡਾਕਟਰ ਸਾਹਿਬ ਨੇ ਸਾਰੇ ਕੰਮ ਮਾਨਵਤਾ ਲਈ ਕੀਤੇ। ਉਹਨਾਂ ਨੇ ਕਿਸੇ ਇੱਕ ਵਰਗ ਲਈ ਨਹੀਂ ਕੀਤੇ, ਨਾ SC ST OBC। ਅੱਜ ਭਾਰਤ ਦਾ ਢਾਂਚਾ ਹੀ ਡਾਕਟਰ ਸਾਹਿਬ 'ਤੇ ਖੜਾ ਹੈ, ਚਾਹੇ ਬੈਂਕਾਂ ਦੇਖ ਲਓ, ਚਾਹੇ ਕੋਈ ਕੰਮ ਦੇਖ ਲਓ, ਗਵਰਨਰਸ਼ਿਪ ਕੋਈ ਦੇਖ ਲਓ। ਇਸ ਕਰਕੇ ਇਹ ਜਿਹੜਾ ਸੱਤਿਆਗ੍ਰਹਿ ਸੀ, ਇਹ ਵੀ ਮਾਨਵਤਾ ਦੇ ਲਈ ਸੀ, ਤਾਂ ਆਪਣੇ ਧਾਰਮਿਕ ਹੱਕ ਦੀ ਵਰਤੋਂ ਕਰਨ ਦੇ ਲਈ ਸੀ। ਇਹ ਕੀ ਹੋਇਆ, ਕਿਉਂਕਿ ਜਿਹੜਾ ਕਾਲਾ ਰਾਮ ਮੰਦਿਰ ਆ ਨਾ, ਇਹ ਡਾਕਟਰ ਸਾਹਿਬ ਨੇ ਜਾਣ ਦਾ ਮਨ ਬਣਾਇਆ। ਇੱਥੇ ਜਾਣ ਦੇ ਲਈ 1930 ਦੇ ਵਿੱਚ ਇੱਕ ਮੋਰਚਾ ਲਾਇਆ। ਮੋਰਚੇ ਨੂੰ ਸਿਰੇ ਚੜ੍ਹਾਉਣ ਦੇ ਲਈ ਇੱਕ ਵੱਡੀ ਕਮੇਟੀ ਬਣਾਈ। ਕਮੇਟੀ ਦੀ ਜਿਹੜੀ ਪ੍ਰਧਾਨਗੀ ਸੀ, ਕਮੇਟੀ ਦੀ ਜਿਹੜੀ ਅਗਵਾਈ ਸੀ, ਉਹ ਦਾਦਾ ਸਾਹਿਬ ਗਾਇਕਵਾੜ ਨੇ ਕੀਤੀ। ਉਹਨਾਂ ਦੀ ਰਜਾ ਦੇ ਵਿੱਚ, ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਇੱਕ ਹੋਰ ਟਰੱਸਟ ਬਣਾਇਆ। ਉਹਨਾਂ ਨੇ ਉਸ ਦੂਜੇ ਕਾਲਾ ਰਾਮ ਮੰਦਿਰ ਦੇ ਟਰੱਸਟ ਨਾਲ ਗੱਲਬਾਤ ਕੀਤੀ ਕਿ ਇਹ ਮੰਦਿਰ ਦੇ ਦਰਵਾਜ਼ੇ ਖੋਲ੍ਹੇ ਜਾਣ, ਅਸੀਂ ਇੱਥੇ ਦਰਸ਼ਨਾਂ ਨੂੰ ਆਉਣਾ ਚਾਹੁੰਦੇ ਹਾਂ। ਉਹਨਾਂ ਨੇ ਉਦਣ ਤੋਂ ਹੀ ਉਹ ਦਰਵਾਜ਼ੇ ਬੰਦ ਕਰ ਦਿੱਤੇ, ਪੱਕੇ ਤੌਰ 'ਤੇ। ਜਦੋਂ ਫਿਰ ਉੱਥੇ ਇਹ ਗੱਲ ਨਹੀਂ ਬਣੀ, ਡਾਕਟਰ ਸਾਹਿਬ ਨੇ ਕਾਨਫਰੰਸ ਕੀਤੀ। ਜਦੋਂ ਕਾਨਫਰੰਸ ਕੀਤੀ, ਕਾਨਫਰੰਸ ਦੇ ਵਿੱਚ ਡਾਕਟਰ ਸਾਹਿਬ ਦੇ ਸੱਦੇ 'ਤੇ 15 ਤੋਂ 18 ਹਜ਼ਾਰ ਤੋਂ ਵੱਧ ਵਲੰਟੀਅਰ ਜਿਹੜੇ ਸੀਗੇ ਉਹ ਉੱਥੇ ਪਹੁੰਚੇ। ਅਛੂਤ ਮਹੱਲੇ ਦੇ ਵਿੱਚ ਡਾਕਟਰ ਸਾਹਿਬ ਨੇ ਬਹੁਤ ਵੱਡੀ ਕਾਨਫਰੰਸ ਕੀਤੀ। ਫਿਰ ਡਾਕਟਰ ਸਾਹਿਬ ਨੇ ਆਪਣੀ ਭਾਸ਼ਣ ਦੇ ਬਾਅਦ ਉੱਥੇ 4-4 ਲਾਈਨਾਂ ਬਣਵਾਈਆਂ ਵਲੰਟੀਅਰਾਂ ਦੀਆਂ, ਮੋਰੇ ਉਹ ਹੋਏ। ਫਿਰ ਉਹਦੇ ਨਾਲ ਵਲੰਟੀਅਰਾਂ ਦੇ ਨਾਲ ਉੱਥੇ ਇੱਕ ਮਿਲਟਰੀ ਬੈਂਡ ਚੱਲਿਆ। ਦੂਜੇ ਨੰਬਰ 'ਤੇ ਔਰਤਾਂ ਦਾ ਜਥਾ ਚੱਲਿਆ। ਤੀਜੇ ਨੰਬਰ 'ਤੇ ਜਿਹੜੇ ਸੂਰਮੇ ਸੀ ਉਹਨਾਂ ਦਾ ਜਥਾ ਚੱਲਿਆ। ਅਤੇ ਇਹਨਾਂ ਦੇ ਨਾਲ ਐਡਵਾਂਸ ਤੌਰ 'ਤੇ ਗੌਰਮੈਂਟ ਨੇ ਅਹਤਿਆਤ ਦੇ ਤੌਰ 'ਤੇ ਇੱਕ ਉੱਥੇ SP ਲਾਇਆ ਮੌਕੇ ਦਾ, 2 ਸਿਟੀ SP ਲਾਏ, ਨਾਲ ਇੱਕ ਡਿਸਟ੍ਰਿਕਟ ਮੈਜਿਸਟਰੇਟ ਲਾਇਆ, ਤਾਂ ਕਿ ਕੋਈ ਗੜਬੜ ਨਾ ਹੋ ਸਕੇ। ਕਿਉਂਕਿ ਇਹਨਾਂ ਦਾ ਜਿਹੜਾ ਜੱਦੋ ਜਹਿਦ ਆ ਇਹ ਪੂਰੀ ਆ, ਇਹ ਉਹਦੇ ਵਿੱਚ ਭਰਪੂਰ ਆ। ਇਹਨਾਂ ਨੇ ਪਿੱਛੇ ਵੀ ਅੰਜਾਮ ਦਿੱਤੇ ਆ, ਹੁਣ ਵੀ ਅੰਜਾਮ ਦੇਣਾ। ਇਸ ਕਰਕੇ ਜਦੋਂ ਇਹ ਸਾਰੀ ਸਾਡਾ ਜਥਾ ਕਹਿ ਲਓ, ਸਾਡਾ ਕਾਰਵਾਂ ਕਹਿ ਲਓ, ਸਾਡਾ ਜਲੂਸ ਕਹਿ ਲਓ, ਇਹ ਉੱਥੇ ਧਰਨੇ ਦੇ ਰੂਪ ਦੇ ਵਿੱਚ ਪਹੁੰਚੇ ਤਾਂ ਉਹ ਦਰਵਾਜ਼ੇ ਬੰਦ ਸੀ ਅਤੇ ਡਾਕਟਰ ਸਾਹਿਬ ਨੇ ਇੱਥੇ ਧਰਨਾ ਲਾਤਾ। ਜਦੋਂ ਧਰਨਾ ਲਾਤਾ, ਇਹ ਧਰਨਾ 1 ਮਹੀਨਾ ਚੱਲਿਆ। ਮਾਰਚ 1930 ਤੱਕ ਇਹ ਜਿਹੜਾ ਆ ਇਹ ਯਾਤਰਾ ਜਿਹੜੀ ਸੀ ਇਹ ਉੱਥੇ ਜਾ ਕੇ ਰਹੀ। ਉਹਨਾਂ ਨੇ ਕਿਆ ਕੀਤਾ, ਹਿੰਦੂਆਂ ਨੇ ਜਾਣ ਬੁੱਝ ਕੇ ਇਹਨੂੰ ਭਟਕਾਉਣ ਦੇ ਲਈ ਉੱਥੇ ਹਿੰਦੂਆਂ ਨੇ ਅਨਾਊਂਸ ਕਰ ਦਿੱਤਾ ਕਿ ਸਾਡੇ 9 ਮਾਰਚ 1930 ਨੂੰ ਇੱਥੋਂ ਇੱਕ ਰੱਥ ਯਾਤਰਾ ਨਿਕਲਣੀ ਆ। ਪਿਛਲੇ ਪਾਸੇ ਦੀ ਉਹਨਾਂ ਨੇ ਮੰਦਿਰ ਦੇ ਯਾਤਰਾ ਕੱਢੀ। ਸਾਡੇ ਵਲੰਟੀਅਰ ਬੈਠੇ ਸੀ, ਸਾਡੇ ਜਿਹੜੇ ਅਗਵਾਈਕਾਰ ਸੀ, ਰਹਿਬਰ ਸੀ, ਉਹ ਬੈਠੇ ਸੀ। ਉਹ 9 ਮਾਰਚ ਨੂੰ ਸ਼ੋਭਾ ਯਾਤਰਾ ਜਿਹੜੀ ਸੀ ਉਹ ਕੱਢ ਕੇ ਰੱਥ ਦੀ ਦੂਜੇ ਪਾਸੇ ਲੈ ਗਏ। ਸਾਡੇ ਵਿੱਚ ਇੱਕ ਬਹੁਤ ਬਹਾਦਰ ਸੂਰਮਾ ਸੀ, ਬਹੁਤ ਬਹਾਦਰ ਸੂਰਮਾ ਸੀ। ਉਸਨੇ ਕੀ ਕੀਤਾ, ਜਦੋਂ ਦੇਖਿਆ ਵੀ ਇਹ ਤਾਂ ਹੋਰ ਪਾਸੇ ਨੂੰ ਲੈ ਗਿਆ, ਉਹਦਾ ਨਾਂ ਸੀ ਕਦਰੇਕਰ।
ਉਸ ਸੂਰਮੇ ਕਦਰੇਕਰ ਨੇ ਦੌੜਿਆ, ਉਹਨੂੰ ਦੌੜ ਕੇ ਰੱਥ ਫੜ ਲਿਆ। ਠੀਕ ਹੈ। ਜਦੋਂ ਰੱਥ ਫੜ ਲਿਆ ਉਦੋਂ ਰੌਲਾ ਪੈ ਗਿਆ, ਖੂਨ ਖਰਾਬਾ ਹੋਇਆ। ਫਿਰ ਇੱਟਾਂ ਪੱਥਰ ਚੱਲੇ ਅਤੇ ਉੱਥੇ ਜਣੇ ਸਭ ਤੋਂ ਬਾਅਦ ਜਿਹੜਾ ਇਹ ਸੀ, ਇਹ ਡਾਕਟਰ ਸਾਹਿਬ ਨੇ ਕਿਹਾ ਵੀ ਇਹ ਜਿਹੜਾ ਰੱਬ ਸਾਰਿਆਂ ਦਾ ਸਾਂਝਾ ਆ, ਇਹ ਮੰਦਰ ਵੀ ਸਾਡਾ ਸਾਂਝਾ ਆ, ਪੂਜਾ ਵੀ ਸਾਡੀ ਸਾਂਝੀ ਆ, ਸਾਡਾ ਕੁਦਰਤੀ ਹੱਕ ਆ। ਹੱਕ ਪ੍ਰਾਪਤ ਕਰਨੇ ਦੇ ਲਈ ਇਹ ਜਿਹੜਾ ਧਰਨਾ ਆ ਸੰਨ 1930 ਤੱਕ ਚੱਲਦਾ ਰਿਹਾ ਅਤੇ ਮੰਦਰ 1930 ਦੇ ਐਂਡ ਤੱਕ ਬੰਦ ਰਿਹਾ। ਇਹ ਉਹਨਾਂ ਦੀ ਯਤਨ ਸੀ ਕਿ ਅਸੀਂ ਮਾਨਵਤਾ ਦੇ ਨੂੰ ਇਸ ਧਰਮ ਦੇ ਆਧਾਰ 'ਤੇ ਆਪਣਾ ਹੱਕ ਸਮਝਦੇ ਹੋਏ ਯਤਨ ਕੀਤਾ, ਔਰ ਇਹ ਬਹੁਤ ਵੱਡਾ ਉਹਨਾਂ ਦਾ ਇੱਕ ਸੰਘਰਸ਼ ਸੀ। ਇਹ ਮੈਂ ਕਹਿ ਸਕਦਾ ਇਹ ਬਹੁਤ ਵੱਡੀ ਸਮਾਜਿਕ ਦੇਣ ਸੀ। ਇਹਦਾ ਮਤਲਬ ਉਹ ਸਮਝਦੇ ਸੀ ਵੀ ਇਹ ਵੀ ਸਾਨੂੰ ਇੱਕ ਹੱਕ ਜਿਹੜਾ ਆ, ਇਹ ਧਾਰਮਿਕ ਤੌਰ ਦੇ ਉੱਤੇ ਪੂਜਾ ਦਾ ਜਿਹੜਾ ਹੱਕ ਆ, ਉਹ ਵੀ ਹਰੇਕ ਇਨਸਾਨ ਨੂੰ ਜਿਹੜਾ ਵੀ ਇਨਸਾਨ ਧਰਤੀ 'ਤੇ ਆਇਆ ਉਹਨੂੰ ਇਹ ਬਰਾਬਰ ਦਾ ਜਿਹੜਾ ਹੱਕ ਆ ਉਹ ਮਿਲਣਾ ਚਾਹੀਦਾ ਹੈ। ਮੈਂ ਇੱਦਾਂ ਸਮਝਦਾ ਵੀ ਜਿੱਦਾਂ ਬਾਬਾ ਸਾਹਿਬ ਨੇ ਇੱਦਾਂ ਦੇ ਬਹੁਤ ਹੀ ਜਾਣੀ ਸੰਘਰਸ਼ ਜਿਹੜੇ ਆ ਉਹ ਕੀਤੇ ਆ, ਕੋਈ ਛੋਟਾ ਕੋਈ ਵੱਡਾ, ਮਤਲਬ ਪਿੱਛੇ ਖਾਸ ਮਨੋਰਥ ਜਿਹੜਾ ਸੀ ਇਹਨਾਂ ਦਾ ਇਹੀ ਲੱਗਦਾ ਵੀ ਅਸੀਂ ਹਰ ਇੱਕ ਇਨਸਾਨ ਨੂੰ ਜਿਹੜਾ ਆ ਉਹ ਬਰਾਬਰ ਦਾ ਜਿਹੜਾ ਅਧਿਕਾਰ ਆ ਉਹ ਲੈ ਕੇ ਦੇਣਾ, ਕੋਈ ਉੱਚਾ ਨੀਵਾਂ ਇਹ ਨਹੀਂ ਹੈ। ਅਤੇ ਇੱਦਾਂ ਮੈਨੂੰ ਇੱਦਾਂ ਲੱਗਦਾ ਵੀ ਜਿੱਦਾਂ ਜਿਹੜਾ ਆਪਣੇ ਅਧਿਕਾਰਾਂ ਦਾ ਮੁੱਢ ਜਿਹੜਾ ਵੱਜਦਾ ਉਹ ਆਪਣੇ ਗੋਲਮੇਜ਼ ਜਿਹੜੇ ਕਾਨਫਰੰਸ ਆ ਉਹਨਾਂ ਤੋਂ ਮੈਨੂੰ ਲੱਗਦਾ ਵੀ ਜੋ ਕਾਨੂੰਨੀ ਤੌਰ 'ਤੇ ਜਿਹੜੀ ਪ੍ਰਾਪਤੀ ਹੁੰਦੀ ਆ ਉਹ ਉੱਥੇ ਥੋੜ੍ਹਾ ਵੱਜਦਾ ਸ਼ੁਰੂ ਹੁੰਦਾ ਆ। ਇਹਨੇ ਗੋਲਮੇਜ਼ ਕਾਨਫਰੰਸ ਜਿਹੜੀਆਂ ਅੰਗਰੇਜ਼ਾਂ ਦੀ ਅਗਵਾਈ ਦੇ ਵਿੱਚ, ਸ਼ਾਸਕਾਂ ਦੀ ਅਗਵਾਈ ਦੇ ਵਿੱਚ ਹੋਈਆਂ, ਯੂਕੇ ਦੇ ਵਿੱਚ ਹੋਈਆਂ, ਬ੍ਰਿਟਿਸ਼ ਦੇ ਵਿੱਚ, ਅਤੇ ਇਹਨਾਂ ਦੇ ਵਿੱਚ ਬਾਬਾ ਸਾਹਿਬ ਨੇ ਜਿਹੜੇ ਦਲਿਤ ਸਮਾਜ ਦੀ, ਪਛੜੇ ਸਮਾਜ ਦੀ ਜਿਹੜੀ ਨੁਮਾਇੰਦਗੀ ਕੀਤੀ ਆ, ਉੱਥੋਂ ਇਹਨਾਂ ਨੇ ਕੀ ਪ੍ਰਾਪਤੀ ਕੀਤੀ ਸਾਡੇ ਸਮਾਜ ਲਈ? ਹਾਂਜੀ ਸਾਲੋ ਸਾਹਿਬ। ਹਾਂਜੀ। ਜਿਵੇਂ ਕਿ ਆਪਾਂ ਡਾਕਟਰ ਸਾਹਿਬ ਦੇ ਸੰਬੰਧ ਵਿੱਚ ਬੋਲ ਰਹੇ ਹਾਂ। ਦਰਅਸਲ ਦੇ ਵਿੱਚ ਇਹ ਜਿਹੜੀਆਂ ਗੋਲ ਮੇਜ਼ ਕਾਨਫਰੰਸਾਂ ਹਨ, ਤਿੰਨ ਹੋਈਆਂ। ਹਾਂ, 3 ਗੋਲ ਮੇਜ਼ ਕਾਨਫਰੰਸਾਂ, ਇਹੀ ਸਾਡੇ ਅਛੂਤਾਂ ਦੇ ਦੁਆਰ ਖੋਲ੍ਹਣ ਦੇ ਵਿੱਚ ਮਦਦਗਾਰ ਸਾਬਤ ਹੋਈਆਂ। ਸਾਨੂੰ ਜੋ ਵੀ ਮਿਲਿਆ ਉਹ ਇਹਨਾਂ ਕਾਨਫਰੰਸਾਂ ਦੀ ਉਪਲਬਧੀ ਕਹਿ ਸਕਦੇ ਹਾਂ, ਆਧਾਰ 'ਤੇ ਕਹਿ ਲਓ ਜਾਂ ਉਪਲਬਧੀ ਕਹਿ ਸਕਦੇ ਹਾਂ। ਜਿਹੜੀ ਪਹਿਲੀ ਕੋਲਕਫੇਨ ਕਾਨਫਰੰਸ ਆ ਉਹ 30 ਦੇ ਵਿੱਚ ਹੋਇਆ ਦਸੰਬਰ 'ਚ, ਦੂਜੀ ਸਤੰਬਰ 31 ਦੇ ਵਿੱਚ ਹੋਈ ਆ। ਇਹ ਜਿਵੇਂ ਸਮਾਜ ਇਹ ਤੋਂ ਜਾਣੂ ਆ। ਦਰਅਸਲ ਦੇ ਵਿੱਚ ਪਹਿਲੀ ਗੋਲਮੇਜ਼ ਕਾਨਫਰੰਸ ਅਤੇ ਦੂਜੀ ਗੋਲਮੇਜ਼ ਕਾਨਫਰੰਸ ਜਿਹੜੀ ਆ ਇਹ ਬਹੁਤੀਆਂ ਦੂਰ ਨਹੀਂ ਸੀਗੀਆਂ। ਸੱਚਾਈ ਇਹ ਆ ਕਿ ਪਹਿਲੀ ਗੋਲਮੇਜ਼ ਕਾਨਫਰੰਸ ਜਿਹੜੀ ਆ ਉਹਦੇ ਵਿੱਚ 89 ਪ੍ਰਤੀਨਿਧ ਸ਼ਾਮਲ ਹੋਏ। ਠੀਕ ਹੈ। ਟੋਟਲ 53 ਭਾਰਤੀ ਸੀ, 16 ਬ੍ਰਿਟਿਸ਼ ਦੇ ਸੀ, 20 ਭਾਰਤੀ ਰਾਜੇ ਸੀ। ਵਿਸ਼ੇਸ਼ ਇਨਵਾਈਟੀ ਜਿਹੜੇ ਸੀ ਉਹ ਸੀਗੇ ਬਹਾਦਰ ਸਪਰੂ, ਸ਼੍ਰੀ ਨਿਵਾਸ ਸ਼ਾਸਤਰੀ, ਚਿੰਤਾਮਣੀ, BS ਮੁੰਜੇ, ਔਜਲ ਸਿੰਘ, ਆਗਾ ਖਾਨ ਜਿਨਾਹ ਅਤੇ ਡਾਕਟਰ ਅੰਬੇਡਕਰ ਸਾਹਿਬ। ਠੀਕ ਹੈ। ਇਹ 7 ਮੈਂਬਰ ਜਿਹੜੇ, ਇਹ ਬਾਕੀ ਦੇ ਜਿਹੜੇ ਸਪੈਸ਼ਲ ਇੱਕ ਤਰ੍ਹਾਂ ਦੇ ਕਹਿ ਸਕਦੇ ਹਾਂ ਅਸੀਂ, ਜਿਹੜੇ ਕਰਨਧਾਰ ਸੀ। ਦੂਜੀ ਕਾਨਫਰੰਸ ਵਿੱਚ ਮੈਂਬਰ ਇਹੀ ਸੀ 31 ਵਾਲੀ 'ਚ, ਸਿਰਫ ਇਹਦੇ ਵਿੱਚ ਇੱਕ ਖਾਸ ਮੈਂਬਰ ਬੁਲਾਇਆ ਗਿਆ, ਜ਼ਫਰਉੱਲਾ ਖਾਨ। ਪਹਿਲੀ ਨਾਲ ਵੱਖਰਾ ਇੱਕੋ ਬੰਦੂ ਬਾਬੂ ਸੱਦਿਆ। ਇਸ ਸਭਾ ਜਿਹੜੀ ਇਹ 15 ਸਤੰਬਰ 1931 ਨੂੰ ਹੋਈ। ਇਹਦੇ ਵਿੱਚ ਡਾਕਟਰ ਸਾਹਿਬ ਨੇ ਸੰਬੋਧਨ ਕਰਦਿਆਂ ਸ਼ੁਰੂ ਕੀਤਾ ਤਾਂ ਗਾਂਧੀ ਨੇ ਰੌਲਾ ਪਾਤਾ। ਗਾਂਧੀ ਇੱਕ ਕੱਟੜ ਹਿੰਦੂ ਨੇਤਾ ਸੀ। ਉਹਦੇ ਵਿੱਚ ਕੀ ਹੋਇਆ, ਬਿਨਾਂ ਕਿਸੇ ਫੈਸਲੇ ਤੋਂ ਉਹਨੂੰ ਰੌਲਾ ਪਾਉਣਾ ਸ਼ੁਰੂ ਕਰਤਾ ਅਤੇ ਉਹਨਾਂ ਨੇ ਕਿਹਾ ਵੀ ਪਹਿਲਾਂ ਤੁਸੀਂ ਇੱਦਾਂ ਕਰੋ, ਫੈਸਲਾ ਕਰ ਲਓ। ਰੇਮਜੀ ਸਾਹਿਬ ਜਿਹੜੇ ਸੀ ਪ੍ਰਧਾਨ ਮੰਤਰੀ, ਉਹਨੇ ਕਿਹਾ ਵੀ ਫੈਸਲਾ ਕਰੋ ਪਹਿਲਾਂ ਵੀ ਅਸੀਂ ਕੁਛ ਦੇਣਾ ਆ, ਇਹ ਤੋਂ ਪਹਿਲਾਂ ਫੈਸਲਾ ਕਰੋ ਕਿ ਭਾਰਤ ਦਾ ਨੁਮਾਇੰਦਾ ਕੌਣ ਆ, ਦਲਿਤਾਂ ਦਾ ਨੁਮਾਇੰਦਗੀ ਕੌਣ ਕਰਦਾ। ਉਸ ਵੇਲੇ ਫਿਰ ਡਾਕਟਰ ਸਾਹਿਬ ਦੇ ਕਹਿਣ 'ਤੇ ਪੂਰੇ ਭਾਰਤ ਦੇ ਵਿੱਚੋਂ BR ਅੰਬੇਡਕਰ ਸਾਹਿਬ ਦੀ ਅਗਵਾਈ ਦੇ ਲਈ, ਇਹਨਾਂ ਨੂੰ ਮਨੋਨੀਤ ਕਰਨ ਦੇ ਲਈ, ਗਾਂਧੀ ਨੂੰ ਕੰਡਮ ਕਰਨ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟੈਲੀਗ੍ਰਾਮਾਂ ਪਹੁੰਚੀਆਂ, ਜਿਹਦੇ ਵਿੱਚੋਂ 70% ਜਿਹੜੀਆਂ ਤਾਰਾਂ ਸੀਆਂ ਟੈਲੀਗ੍ਰਾਮਾਂ ਉਹ ਪੰਜਾਬ 'ਚੋਂ ਪਹੁੰਚੀਆਂ, ਔਰ ਜਿਹੜੀਆਂ 70% ਟੈਲੀਗ੍ਰਾਮਾਂ ਦਾ ਸਿਹਰਾ ਸੀ ਉਹ ਬਾਊ ਮੰਗੂ ਰਾਮ ਜੀ ਮੁੱਗੋਵਾਲੀਆ ਜੀ ਨੂੰ ਗਿਆ, ਜਿਹੜੇ ਗਦਰ ਲਹਿਰ ਦੇ ਨੁਮਾਇੰਦੇ ਸੀ, ਜਿਨ੍ਹਾਂ ਨੇ ਰੱਜ ਕੇ ਪੰਜਾਬ ਦੀ ਸੇਵਾ ਕੀਤੀ ਆ। ਉਹਨਾਂ ਦੇ ਕਹਿਣ 'ਤੇ ਇਹ ਜਿਹੜੀਆਂ ਤਾਰਾਂ ਗਈਆਂ, ਇਹ ਜਿਹੜਾ ਸੀਗਾ ਉਹਦੇ ਵਿੱਚ ਗਾਂਧੀ ਰਿਜੈਕਟ ਹੋ ਗਏ, ਡਾਕਟਰ ਅੰਬੇਡਕਰ ਸਾਹਿਬ ਸਿਲੈਕਟ ਹੋ ਗਏ। ਅਤੇ ਫਿਰ ਉਹਦੇ ਵਿੱਚ ਰੈਮਜੀ ਜਿਹੜੇ ਆਪਣੇ ਮੈਕਡੋਨਾਲਡ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਕਿਹਾ ਬਈ ਗੱਲ ਸੁਣੋ, ਹੁਣ ਤੁਸੀਂ ਗੱਲ ਖੁੱਲ੍ਹ ਕੇ ਕਰ ਸਕਦੇ ਹਾਂ। ਜਦੋਂ ਡਾਕਟਰ ਸਾਹਿਬ ਮਨੋਨੀਤ ਹੋਏ, ਉਹਨਾਂ ਨੇ ਫਿਰ ਖੁੱਲ੍ਹ ਕੇ ਭਾਰਤੀ ਦਲਿਤਾਂ ਦੀ, ਗਰੀਬਾਂ ਦੀ ਜਿਹੜੀ ਨੁਮਾਇੰਦਗੀ ਦੇ ਉੱਤੇ ਹੱਕ ਬਣਦੇ ਆ ਉਹਦੇ ਬਾਰੇ ਫਿਰ ਗੱਲਾਂ ਕੀ। ਪ੍ਰਾਪਤੀ ਤਾਂ ਹੀ ਹੋਈ। ਫਿਰ ਇਹ
ਜਿਹੜੀ ਪਹਿਲੀ ਸੀ ਇਹ 1931 ਨੂੰ ਰੱਦ ਹੋ ਗਈ। ਹਾਂਜੀ 1931 ਨੂੰ ਇਹ ਜਿਹੜੀ ਸੀ ਇਹ ਖਤਮ ਹੋ ਗਈ ਗੋਲਮੇਜ਼ ਕਾਨਫਰੰਸ। ਲਾਭ ਇਹ ਹੋਇਆ ਕਿ ਸ਼ੂਦਰ ਜਿਹੜੇ ਆ, ਸ਼ੂਦਰਾਂ ਨੇ ਆਪਣਾ ਨੇਤਾ ਚੁਣ ਲਿਆ, ਗਾਂਧੀ ਨੂੰ ਰਿਜੈਕਟ ਕਰ ਦਿੱਤਾ ਅਤੇ ਭਾਰਤ ਦੇ ਧਰਾਤਲ ਦੇ ਉੱਤੇ, ਵਰਲਡ ਦੇ ਲੈਵਲ ਦੇ ਉੱਤੇ ਡਾਕਟਰ BR ਅੰਬੇਡਕਰ ਸਾਹਿਬ ਸਾਹਮਣੇ ਆਏ। ਇਸ ਕਰਕੇ ਉਹਨਾਂ ਨੇ ਇਹ ਜਿਹੜੀਆਂ ਗੱਲਾਂ ਸੀਆਂ ਦੇਖਦੇ ਹੋਏ ਗਾਂਧੀ ਨੂੰ ਮਜਬੂਰਨ ਸਿਰ ਝੁਕਾ ਕੇ ਉੱਥੇ ਗੱਲ ਡਿਕਲੇਅਰ ਕਰਨੀ ਪਈ ਕਿ ਅੱਜ ਤੋਂ ਮੈਂ ਭਾਰਤ ਦੇ ਅਛੂਤਾਂ ਦੇ ਲਈ ਵਚਨ ਦਿੰਦਾ ਹਾਂ ਕਿ ਅਸੀਂ ਸੁਧਾਰ ਕਰਾਂਗੇ, ਪਰ ਸੁਧਾਰ ਹੁਣ ਹੋਣ ਨਹੀਂ ਦਿੱਤੇ ਕਿਉਂਕਿ ਹੁਣ ਪਹਿਲੇ ਅਸਤੀਫਾ ਦੇ ਦਿੱਤਾ ਸੀ। ਮੈਂ ਤਾਂ ਸਿਆਸੀ ਬੰਦਾ ਹੀ ਨਹੀਂ। ਇਹ ਤੋਂ ਬਾਅਦ ਦੂਜੀ ਕਾਨਫਰੰਸ ਹੋਈ। ਦੂਜੀ ਦੇ ਵਿੱਚ ਜਦੋਂ ਜ਼ਿਆਦਾ ਰੌਲਾ ਪਿਆ, ਕੋਈ ਫੈਸਲਾ ਨਾ ਨਿਕਲਦਾ ਦੇਖਿਆ ਤੇ ਸਾਰੇ ਲੀਡਰਾਂ ਨੇ ਸਰਬਸੰਮਤੀ ਦੇ ਨਾਲ, ਜਿਹੜੇ ਸਾਡੇ ਉਹ ਦੀ ਦੈਨ ਪ੍ਰਾਈਮ ਮਿਨਿਸਟਰ ਸੀ ਇੰਗਲੈਂਡ ਦੇ ਰੇਮਜ਼ੇ ਮੈਕਡੋਨਾਲਡ, ਉਹਨਾਂ ਨੂੰ ਅਧਿਕਾਰ ਦਿੱਤਾ ਕਿ ਤੁਸੀਂ ਜੋ ਫੈਸਲਾ ਕਰੋਗੇ ਉਹ ਮੈਨੂੰ ਮਨਜ਼ੂਰ ਹੋਊਗਾ। ਮਨਜ਼ੂਰ ਹੈ, ਠੀਕ। ਸਭ ਤੋਂ ਜ਼ਿਆਦਾ ਭਾਰਤ ਵਾਸੀਆਂ ਦੇ ਸਮਝਣ ਵਾਲੀ ਗੱਲ ਇਹ ਆ ਕਿ ਜਿਹੜਾ ਅਸੀਂ ਪੂਨਾ ਪੈਕਟ ਕਹਿੰਦੇ ਆ, ਪੂਨਾ ਪੈਕਟ ਕਿਉਂ ਆਇਆ, ਉਹਦੀ ਬੈਕਗਰਾਊਂਡ ਕੀ ਆ? ਉਹਦੀ ਬੈਕਗਰਾਊਂਡ ਆ ਸਰ ਜੇਮਸ ਡੋਨਾਲਡ ਜਿਹੜੇ ਪ੍ਰਧਾਨ ਮੰਤਰੀ ਆ, ਉਹਨਾਂ ਵੱਲੋਂ ਦਿੱਤਾ ਗਿਆ ਇਹ ਫੈਸਲਾ ਸੀ। ਇਹਦਾ ਮਤਲਬ ਇਹ ਸੀ ਕਿ ਜੋ ਇਸ ਅਛੂਤਾਂ ਦੇ ਲਈ 2 ਲਾਭ ਦਿੱਤੇ ਉਹਨਾਂ ਨੇ, ਉਹ ਅਵਾਰਡ ਸੀ ਜਿਹਦੇ ਲਈ ਉਹ ਖੁਦ ਜ਼ਿੰਮੇਵਾਰ ਸੀ। ਇਹ ਉਹੀ ਅਵਾਰਡ ਸੀ ਜਿਹਦੇ ਵਿੱਚੋਂ ਭਾਰਤੀ ਦਲਿਤਾਂ ਦਾ ਰਿਜ਼ਰਵੇਸ਼ਨ ਦਾ ਜਾਂ ਦੂਜੇ ਰਾਹ ਨਿਕਲੇ। ਉਹ ਜਿਹੜੇ ਰਾਹ ਨਿਕਲੇ ਉਹ ਕਿਉਂਕਿ ਡਾਕਟਰ ਸਾਹਿਬ ਨੇ, ਦੀ ਦੈਨ ਪ੍ਰਾਈਮ ਮਿਨਿਸਟਰ ਰੇਮਜ਼ੇ ਡੋਨਾਲਡ ਸਾਹਿਬ ਨੇ ਕਿਹਾ, ਮੈਂ ਭਾਰਤੀ ਦਲਿਤਾਂ ਨੂੰ, ਅਛੂਤਾਂ ਨੂੰ, ਗਰੀਬਾਂ ਨੂੰ 2 ਅਧਿਕਾਰ ਦਿੰਦਾ। ਕਮਿਊਨਲ ਅਵਾਰਡ ਵਿੱਚ ਉਹਨੇ ਕਿਹਾ ਮੈਂ 2 ਅਧਿਕਾਰ ਦਿੰਦਾ। ਇੱਕ ਤਾਂ ਉਹ ਆਪਣਾ ਪ੍ਰਤੀਨਿਧ ਚੁਣਨਗੇ ਆਪਣੀਆਂ ਵੋਟਾਂ ਨਾਲ, ਦੂਜਾ ਉਹ ਜਿਹੜਾ ਆ ਉਹ ਆਪਣੀਆਂ ਵੋਟਾਂ ਦੇ ਨਾਲ ਜੱਲਣ ਜਿਹੜਾ ਕੈਂਡੀਡੇਟ ਹੋਊਗਾ ਉਹਦੀ ਇਲੈਕਸ਼ਨ ਵਿੱਚ ਵੋਟ ਪਾਉਣਗੇ ਤਾਂ ਕਿ ਇਹ ਉਸ ਵੋਟ ਦੀ ਕੀਮਤ ਨੂੰ ਪ੍ਰਭਾਵਿਤ ਕਰ ਸਕਣ। ਦੋਹਰੀ ਵੋਟ ਦੀ ਜਿਹੜੀ, ਜਿਹਨੂੰ ਅਸੀਂ ਪੰਜਾਬੀ 'ਚ ਆਮ ਲੋਕ ਸਮਝਦੇ ਦੋਹਰੀ ਵੋਟ। ਬਸ ਜਿੱਦਾਂ ਹੀ ਇਹ ਦੋਹਰੀ ਵੋਟ ਦਾ ਰੌਲਾ ਪਿਆ, ਗਾਂਧੀ ਨੇ ਇਹਦਾ ਵਿਰੋਧ ਸ਼ੁਰੂ ਕਰ ਦਿੱਤਾ। ਗਾਂਧੀ ਨੂੰ ਜਰਬਦਾ ਨੇਲ ਵਿੱਚ ਬੰਦ ਵੀ ਕੀਤਾ ਗਿਆ। ਇਹਨੂੰ ਫਿਰ ਜਦ ਛੱਡ ਦਿੱਤਾ। ਬਾਅਦ ਵਿੱਚ ਜਦੋਂ ਰੌਲਾ ਪੈ ਗਿਆ ਅਤੇ ਉਹਨਾਂ ਨੂੰ ਇਹ ਬੜੀ ਤਕਲੀਫ ਹੋਈ, ਹਿੰਦੂਆਂ ਨੂੰ ਤਕਲੀਫ ਹੋਣ ਦੇ ਨਾਲ ਫਿਰ ਜਿਹੜਾ ਆ ਇਹ ਅਗਲਾ ਜਿਹੜਾ ਆ ਸੁਧਾਰਾਂ ਦਾ ਮੁੱਢ ਇੱਥੋਂ ਸ਼ੁਰੂ ਹੁੰਦਾ। ਇਹ ਪੈਕਟ ਦੇ ਵਿੱਚੋਂ, ਕਮਿਊਨਲ ਐਕਟ ਦੇ ਵਿੱਚੋਂ ਹੁੰਦਾ ਆ ਕਿ ਭਾਈ ਇਹ ਮੁੱਢ ਆ ਜਿਹੜਾ ਅਸੀਂ ਭਾਰਤ ਦੇ ਵਿੱਚ ਦਲਿਤਾਂ ਦੇ ਹੋ ਰਹੇ ਸ਼ੋਸ਼ਣ ਨੂੰ ਹਰ ਕੀਮਤ ਵਿੱਚ ਰੋਕਣਾ ਚਾਹੁੰਦੇ ਹਾਂ। ਤਾਂ ਇਸ ਕਰਕੇ ਅਸੀਂ ਕਮਿਊਨਲ ਅਵਾਰਡ ਦਿੰਦੇ ਹਾਂ। ਦੇਖੋ ਇਹਨਾਂ ਲੱਗਦਾ ਵੀ ਕਾਨਫਰੰਸਾਂ ਦੇ ਵਿੱਚ ਨਾ ਡਾਕਟਰ ਅੰਬੇਡਕਰ ਜਿਹੜੇ ਆ ਇੱਕ ਮਜ਼ਬੂਤ ਨੇਤਾ, ਜਿਹੜੇ ਦਲਿਤਾਂ ਦੇ ਮਜ਼ਬੂਤ ਨੇਤਾ ਦੇ ਤੌਰ 'ਤੇ ਵਰਲਡ ਵਾਈਡ ਜਿਹੜੇ ਉੱਭਰੇ ਆ। ਅਤੇ ਇੱਦਾਂ ਹੀ ਇੱਕ ਪੂਨਾ ਪੈਕਟ ਇਹਨਾਂ ਦੇ ਜੀਵਨ ਦੇ ਵਿੱਚ ਬਹੁਤ ਵੱਡੀ ਘਟਨਾ ਜੁੜਦੀ ਆ, ਇਹ ਪੂਨਾ ਪੈਕਟ ਦੀ। ਅਤੇ ਜਿੱਦਾਂ ਗਾਂਧੀ ਜੀ ਦੀ ਗੱਲ ਚੱਲੀ ਆ, ਅਤੇ ਪੂਨਾ ਪੈਕਟ ਬਾਰੇ ਵੀ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ। ਸਾਲੋ ਸਾਹਿਬ ਜੀ, ਜਿੱਦਾਂ ਤੁਹਾਨੂੰ ਕਿਹਾ, ਇਹ ਗੋਲਮੇਜ਼ ਕਾਨਫਰੰਸਾਂ ਹੀ ਪੂਨਾ ਐਕਟ ਦੀ ਬੈਕਗਰਾਊਂਡ ਹੈ। ਠੀਕ ਆ। ਕਮਿਊਨਲ ਅਵਾਰਡ ਹੀ ਬੈਕਗਰਾਊਂਡ ਆ। ਜਿੱਦਾਂ ਮੈਂ ਤੁਹਾਨੂੰ ਹੁਣ ਦੱਸਿਆ ਵੀ ਗਾਂਧੀ ਨੇ, ਜਿਹੜਾ ਉੱਥੇ ਦਾ ਪ੍ਰਾਈਮ ਮਿਨਿਸਟਰ ਸੀ, ਜਿਹੜਾ ਕਮਿਊਨਲ ਅਵਾਰਡ ਦਿੱਤਾ, ਹੁਣ ਜਿਹੜੇ ਹੱਕ ਦਿੱਤੇ ਗਾਂਧੀ ਨੇ ਰੌਲਾ ਪਾਇਆ, ਗਾਂਧੀ ਨੇ ਵਿਰੋਧ ਕੀਤਾ। ਐਕਚੁਅਲੀ ਤੁਸੀਂ ਇਹ ਕਹਿ ਸਕਦੇ ਆ ਜਿਹੜਾ ਗਾਂਧੀ ਬੋਲਦਾ ਸੀ ਉਹ ਭਾਸ਼ਾ ਹਿੰਦੂਆਂ ਦੀ ਸੀ, ਕੱਟੜਵਾਦੀਆਂ ਦੀ, ਦਲਿਤ ਵਿਰੋਧੀ ਸੀ, ਕੱਟੜਵਾਦੀ ਸੀ ਜਿਹੜੇ ਉਸ ਵੇਲੇ ਦੇ ਉਹਨਾਂ ਦੀ ਸੀ। ਲੇਕਿਨ ਉਹ ਜਿਹੜਾ ਮੂੰਹ ਸੀ ਵਰਤਿਆ ਜਾ ਰਿਹਾ ਉਹ ਗਾਂਧੀ ਦਾ ਸੀ। ਮੂੰਹ ਜਿਹੜਾ ਆ ਉਹ ਗਾਂਧੀ ਦਾ ਵਰਤਿਆ ਜਾ ਰਿਹਾ ਸੀ। ਗਾਂਧੀ ਦੇ ਲੋਕਾਂ ਨੇ ਡਰਾ ਕੇ, ਧਮਕਾ ਕੇ, ਰਿਐਕਟ ਕਰਕੇ, ਖਾਸ ਕਰਕੇ ਘਰ ਵਾਲੀ 'ਤੇ ਜ਼ੋਰ ਪਾਇਆ। ਉਹਨਾਂ ਨੂੰ ਕਿਹਾ ਵੀ ਡਾਕਟਰ ਸਾਹਿਬ ਮੇਰੀ ਜ਼ਿੰਦਗੀ ਖਤਮ ਹੋ ਜਾਣੀ ਆ, ਮੈਨੂੰ ਕਿਸੇ ਨੇ ਨਹੀਂ ਪੁੱਛਣਾ, ਮੇਰਾ ਪਤੀ ਮੈਨੂੰ ਮੋੜ ਦਿਓ। ਔਰ ਇਹ ਗੱਲ ਮੈਂ ਅੱਜ ਕਹਿਣ ਲੱਗਾ ਤੁਹਾਡੇ ਮੂੰਹ 'ਤੇ, ਵਾਸਤੇ ਪਾਏ, ਮਿੰਨਤਾਂ ਤਰਲੇ ਕੀਤੇ। ਹਿੰਦੂ ਕਦੇ ਵੀ ਦਿਲ ਦੇ ਵਿੱਚ ਰਹਿਮ ਨਹੀਂ ਕਰਦਾ ਦਲਿਤਾਂ ਲਈ, ਲੇਕਿਨ ਇੱਕ ਦਲਿਤ ਹੀ ਸੀ ਜਿਹਦੇ ਦਿਲ ਦੇ ਵਿੱਚ ਕਸਤੂਰਬਾ ਦੇ ਪਤੀ ਨੂੰ ਬਚਾਉਣ ਦਾ ਰਹਿਮ ਆ ਗਿਆ। ਨਹੀਂ ਤਾਂ ਅੱਜ ਭਾਰਤ ਦੀ ਹਿਸਟਰੀ ਹੋਰ ਹੋਣੀ ਸੀ। ਇਸ ਕਮਿਊਨਲ ਅਵੈਕਟ ਨੂੰ ਮੈਂ ਇਹ ਕਹਿ ਸਕਦੇ ਹਾਂ, ਇਹ ਪੂਨਾ ਪੈਕਟ ਸੀ। ਜਦੋਂ ਇਹਦੇ 'ਤੇ ਸਾਈਨ ਕੀਤੇ ਗਏ, ਉਹਦੇ ਵਿੱਚ ਇਹਦੀ ਰਿਜ਼ਰਵੇਸ਼ਨ ਦੀ ਇੱਕ ਨੀਂਹ ਰੱਖੀ ਗਈ। ਅਤੇ ਮੈਂ ਤੁਹਾਨੂੰ ਹੁਣ ਕਹਾਂ ਕਲੀਅਰ ਕਰਦਾ, ਪੂਨਾ ਪੈਕਟ ਦੇ, ਕਮਿਊਨਲ ਐਕਟ ਦੇ ਵਿੱਚ ਅੰਤਰ ਕੀ ਸੀ। ਇਹਨਾਂ ਵਿੱਚ ਅੰਤਰ ਇਹ ਸੀ, ਜਿਹੜੀ ਦੋਹਰੀ ਵੋਟ ਅਸੀਂ ਪਾ ਕੇ
ਆਪਣੇ ਨੁਮਾਇੰਦੇ ਵੀ ਚੁਣਨੇ ਸੀ ਤੇ ਦੂਜੇ ਦੇ ਸਾਂਝੇ ਨੁਮਾਇੰਦੇ ਚੁਣਨੇ ਸੀ। ਉਹ ਸਾਡੇ ਕੋਲੋਂ ਸਾਡੀ ਉੱਨਤੀ ਦਾ ਰਾਹ, ਸਾਡੇ ਡਿਵੈਲਪਮੈਂਟ ਦਾ ਜਿਹੜਾ ਮਾਰਗ ਸੀ, ਹਿੰਦੂਆਂ ਨੇ ਕਾਪਟ ਕਰਕੇ, ਧੋਖਾ ਕਰਕੇ, ਬੇਈਮਾਨੀ ਕਰਕੇ, ਠੱਗੀ ਕਰਕੇ ਡਾਕਟਰ ਸਾਹਿਬ ਨੂੰ ਭਰਮਾ ਕੇ ਖੋਲਿਆ, ਜਦ ਕਿ ਡਾਕਟਰ ਸਾਹਿਬ ਖੁਦ ਵੀ ਖੁਸ਼ ਨਹੀਂ ਸੀਗੇ। ਠੀਕ ਹੈ। ਫਿਰ ਇਹਦਾ ਅਸਰ ਕੀ ਹੋਇਆ? ਹਾਂਜੀ ਹਾਂਜੀ ਜਿਹੜੇ ਮਨੂਵਾਦੀ ਸੀ ਐਕਚੁਅਲੀ ਅਛੂਤਾਂ ਦੀ ਅਗਵਾਈ ਕਰਦੇ ਸੀ ਇਹ, ਹਾਂਜੀ ਤੇ ਸਾਰੇ ਮਨੂਵਾਦੀਆਂ ਦੀ ਅਗਵਾਈ ਕਰਦੇ ਸੀ ਗਾਂਧੀ ਹੁਣੀ। ਗਾਂਧੀ ਜੀ ਹਾਂਜੀ ਇਹ ਜਿਹੜਾ ਇੱਕ ਛੜਯੰਤਰ ਸੀ ਜਿਹਦੇ ਰਾਹੀਂ ਗਾਂਧੀ ਦੇ ਜੀਵਨ ਦੀ ਭੇਖ ਰਾਹੀਂ ਇਹਨਾਂ ਨੇ 24 ਸਤੰਬਰ 1932 ਨੂੰ ਜਦੋਂ ਧੋਖਾ ਕੀਤਾ, ਉਦੋਂ ਇਹਨਾਂ ਨੇ ਰਾਜਸੀ ਸਮਝੌਤਾ ਕਰਾਇਆ, ਦਲਿਤਾਂ ਪਾਸੋਂ ਦੋਹਰੀ ਵੋਟ ਦਾ ਹੱਕ ਖੋਲਿਆ ਅਤੇ ਇਹਦੇ ਵਿੱਚ ਕਮਿਊਨਲ ਅਵਾਰਡ ਦਾ ਨਾਂ ਖਤਮ ਕਰਕੇ ਉੱਥੇ ਪੂਨਾ ਪੈਕਟ ਜਿਹੜਾ ਨਾਂ ਦੇਤਾ। ਉਹਦੇ ਵਿੱਚ ਇੱਕ ਹੋਰ ਇਹਨੇ ਵਾਅਦਾ ਇਹ ਕੀਤਾ, ਜਿਹੜੀਆਂ ਅੱਗੇ ਕਮਿਊਨਲ 78 ਸੀਟਾਂ ਸੀਆਂ ਸਾਡੇ ਕੋਲ, ਇਹਨਾਂ ਨੇ ਉਹ ਇਹ 148 ਕਰ ਦਿੱਤੀਆਂ। 78 ਤੋਂ 148 ਕਰ 78 ਤੋਂ 148 ਕਰ ਦਿੱਤੀਆਂ। ਫਿਰ ਜਦੋਂ ਥੋੜ੍ਹੀ ਜਿਹੀ ਹੋਰ ਸੋਧ ਕੀਤੀ, ਫਿਰ ਉਹਨਾਂ ਨੇ ਇਹਨਾਂ ਨੂੰ 148 3 ਜੋੜ ਕੇ 151 ਸੀਟਾਂ ਕਰ ਦਿੱਤੀਆਂ। ਇਹ ਸਮਝ ਲਓ ਵੀ ਇਹਦੇ ਵਿੱਚ ਉਹਨਾਂ ਨੇ ਫਿਰ ਬਾਅਦ ਵਿੱਚ ਕਿਹਾ ਵੀ ਗਾਂਧੀ ਫਿਰ ਬੋਲਣ ਲਿਆ, ਇਹਨੇ ਫਿਰ ਇਹ ਬੋਲਿਆ ਕਿ ਅਸੀਂ ਇੱਕ ਰਿਜ਼ਰਵੇਸ਼ਨ ਦੇਵਾਂਗੇ, ਰਿਜ਼ਰਵੇਸ਼ਨ ਦਾ ਰਾਖਵੇਂ ਕਰਨ ਦਾ ਅਧਿਕਾਰ ਦੇਵਾਂਗੇ, ਛੂਆ ਛੂਤ ਨੂੰ ਖਤਮ ਕਰਨੇ ਦੇ ਲਈ, ਇਹਦੀ ਬਿਹਤਰੀ ਦੇ ਲਈ ਸਿੱਖਿਆ ਸਹੂਲਤਾਂ ਪ੍ਰਦਾਨ ਕਰਾਂਗੇ, ਨੌਕਰੀਆਂ ਦੇ ਵਿੱਚ ਰਾਖਵਾਂਕਰਨ ਕਰਾਂਗੇ, ਪਾਰਲੀਮੈਂਟ ਦੇ ਵਿੱਚ, ਵਿਧਾਨ ਸਭਾ ਦੇ ਵਿੱਚ ਰਿਜ਼ਰਵ ਸੀਟਾਂ ਕਰਾਂਗੇ, ਅਸੀਂ ਹਰ ਮੌਕਾ ਦੇਵਾਂਗੇ। ਜਦ ਕਿ ਦਿਲੋਂ ਚਾਹੁੰਦੇ ਸੀ ਕਿ ਅਗਰ ਇੱਕ ਵਾਰ ਡਾਕਟਰ ਸਾਹਿਬ ਸਾਈਨ ਕਰ ਦੇਵੇ, ਐਕਟ ਜਿੱਦਾਂ ਦਾ ਮਰਜ਼ੀ ਬਣਾ ਲਵੇ, ਅਖੀਰ ਲਾਗੂ ਤਾਂ ਸਾਡੇ ਬੰਦਿਆਂ ਨੇ ਕਰਨਾ, ਲਾਗੂ ਤਾਂ ਆਪਣੀ ਸਰਕਾਰ ਨੇ ਕਰਨਾ, ਇਸੇ ਕਰਕੇ ਕਰਨਾ। ਤਾਂ ਹੀ ਕਈ ਵਾਰ ਕਹਿੰਦੇ ਡਾਕਟਰ ਸਾਹਿਬ ਨੇ ਆਹ ਗੱਲ ਕਹੀ ਸੀ ਸੰਵਿਧਾਨ ਵਿਰੋਧ, ਆਹ ਗੱਲ ਕਹੀ ਸੀ ਮੈਂ ਇੱਦਾਂ ਕਰ ਦੇਣੀ ਆ, ਆਹ ਗੱਲ ਕਹੀ ਮੈਂ ਇੱਦਾਂ ਕਰ ਦੇ। ਇਸੇ ਕਾਰਨ ਕਿਉਂਕਿ ਗਿਣਤੀ ਇਹਨਾਂ ਦੀ ਸੀ, ਇਹਨਾਂ ਨੇ ਭਾਰਤੀ ਸੰਵਿਧਾਨ ਨੂੰ, ਡਾਕਟਰ ਸਾਹਿਬ ਦੀ ਵਿਚਾਰਧਾਰਾ ਨੂੰ ਐਕਸਪਲੋਇਟ ਕਰਕੇ, ਉਹਦੇ ਨਾਲ ਧੋਖਾ ਕਰਕੇ, ਉਹਦੇ ਨਾਲ ਬੇਈਮਾਨੀ ਕਰਕੇ, ਹਰ ਗੱਲ ਦੇ ਵਿੱਚ ਡਾਕਟਰ ਸਾਹਿਬ ਨੂੰ ਨੀਵਾਂ ਦਿਖਾਉਣ ਦੇ ਲਈ ਵੀ ਤੂੰ ਬੇਸ਼ੱਕ ਵਿਦਵਾਨ ਸੀ, ਤੂੰ ਸਾਡੇ ਇਹਨਾਂ ਸਾਤੋਂ ਸਭ ਕੁਝ ਖੋਹ ਲਿਆ ਰਿਟਨ, ਪਰ ਅਨਰਿਟਨ ਤੌਰ 'ਤੇ ਅਸੀਂ ਤੇਰੇ ਕੋਲ ਹੌਲੀ ਹੌਲੀ ਕਰਕੇ ਸਾਰਾ ਇਹ ਖੋਲ੍ਹਣਾ ਹੈ। ਸੋ ਇਹ ਪੂਨਾ ਪੈਕਟ ਜਿਹੜਾ ਆ, ਇਹ ਕਮਿਊਨਲ ਅਵਾਰਡ ਦੇ ਜਿਹੜੇ ਹੱਕ ਸਾਤੋਂ ਇਹਨਾਂ ਨੇ ਖੋਹ ਲਏ, ਨਹੀਂ ਤਾਂ ਅੱਜ ਸਾਨੂੰ ਭਾਰਤ ਦੇ ਲੋਕਾਂ ਦੀ ਜਿਹੜੀ ਦਸ਼ਾ ਸੀ, ਭਾਰਤੀਆਂ ਦੀ, ਦਲਿਤਾਂ ਦੀ, ਉਹ ਹੋਰ ਹੋਣੀ ਸੀ। ਦੇਖੋ ਜੋ ਬਾਬਾ ਸਾਹਿਬ ਨੂੰ ਵਿਦਵਾਨ ਨਹੀਂ ਸੀ ਮੰਨਦੇ, ਵਿਦਵਾਨ ਦੇ ਨਾਤੇ ਉਹ ਕਿ ਇਹ ਦਲਿਤ ਆ, ਦਲਿਤ ਕਰਕੇ ਉਹ ਇਹਨਾਂ ਨੂੰ ਕਿਸੇ ਨੇ ਰੂਪ ਦੇ ਵਿੱਚ ਦਬਾਉਣ ਦੀ ਜਿਹੜੀ ਕੋਸ਼ਿਸ਼ ਸੀ ਉਹ ਕਰਦੇ, ਕਿਉਂਕਿ ਇਹਨਾਂ ਨੇ ਜਿਹੜਾ ਸੰਘਰਸ਼ ਕੀਤਾ ਉਹ ਦੱਬੇ ਕੁਚਲੇ ਸਮਾਜ ਦੇ ਹੱਕਾਂ ਦੇ ਲਈ ਕੀਤਾ, ਵੀ ਜੇ ਬਾਬਾ ਸਾਹਿਬ ਦਬ ਜਾਂਦੇ ਆ ਤਾਂ ਜਿਹੜੇ ਆ ਉਹ ਇਹ ਹੱਕਾਂ ਤੋਂ ਵਾਂਝੇ ਰਹਿ ਜਾਣਗੇ। ਅੱਛਾ, ਦੱਸਿਆ ਇੱਦਾਂ ਸੀ ਵੀ ਜਿੱਦਾਂ ਇਸੇ ਦੌਰ ਦੇ ਵਿੱਚ ਸਾਡਾ ਭਾਰਤ ਜਿਹੜਾ 15 ਅਗਸਤ 1947 ਨੂੰ ਆਜ਼ਾਦ ਹੋ ਗਿਆ। ਜਦੋਂ ਆਜ਼ਾਦ ਹੋ ਗਿਆ, ਕਿਉਂਕਿ ਆਪਾਂ ਗੱਲ ਉਹੀ ਹੱਕਾਂ ਦੀ ਜਿਹੜੀ ਲੜੀ ਚੋਰੀ ਆ ਵੀ ਆਜ਼ਾਦ ਹੋ ਗਿਆ। ਆਜ਼ਾਦ ਹੋਣ ਤੋਂ ਬਾਅਦ ਭਾਰਤੀ ਸੰਵਿਧਾਨ ਦੀ ਜਿਹੜੀ ਮਸੌਦਾ ਕਮੇਟੀ ਦਾ ਜਿਹੜਾ ਪ੍ਰਧਾਨ ਸੀ ਉਹ ਬਾਬਾ ਸਾਹਿਬ ਨੂੰ ਇਹਨੇ ਬਣਾ ਦਿੱਤਾ, ਅਤੇ ਉਸ ਵੇਲੇ ਉਹ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਅਤੇ ਇਹਨਾਂ ਨੇ ਕਿੱਦਾਂ ਸਾਡੇ ਹੱਕਾਂ ਦੀ ਜਿਹੜੀ ਆ ਉਹ ਸਾਨੂੰ ਹੱਕ ਦਿਵਾਏ ਆ ਅਤੇ ਹੱਕਾਂ ਦੀ ਪ੍ਰਾਪਤੀ ਕਰਕੇ ਦਿੱਤੀ ਹੈ। ਦੇਖੋ ਜੀ, ਜਿਹੜੀ ਤਾਂ ਗੱਲ ਹੈਗੀ ਆ ਲਿਖਤਾਂ ਵਿੱਚ ਸਪਸ਼ਟ, ਹਾਂਜੀ, ਉਹ ਤਾਂ ਭਾਰਤੀ ਸੰਵਿਧਾਨ ਹੀ ਦੀਦਾ ਹੈ। ਐਕਚੁਅਲੀ ਕੀ ਸੀ, ਸੰਵਿਧਾਨ ਦੀ ਬੈਕਗਰਾਊਂਡ 'ਤੇ ਰਹਿ ਕੇ ਅੰਗਰੇਜ਼ਾਂ ਨੇ ਡਾਕਟਰ ਸਾਹਿਬ ਨੂੰ ਉਦੋਂ ਇਸ ਖਰੜੇ ਨੂੰ ਉਦੋਂ ਤੱਕ ਸਵੀਕਾਰ ਕਰਨੇ ਜਾਂ ਨਾ ਕਰਨੇ ਤੱਕ ਸਾਥ ਦਿੱਤਾ ਕਿ ਡਾਕਟਰ ਸਾਹਿਬ ਉਸ ਪੋਜੀਸ਼ਨ ਵਿੱਚ ਹੋਣ ਜਿਹੜੇ ਹੱਕ ਅਸੀਂ ਇਹਨੂੰ ਦੇਣੇ ਚਾਹੁੰਦੇ ਹਾਂ, ਇਹ ਸੰਵਿਧਾਨ ਵਿੱਚ ਦਰਜ ਕਰ ਪਾਵੇ। ਇਹ ਬੈਕਗਰਾਊਂਡ ਸੀ ਉਹਨਾਂ ਦੀ। ਇਹਦੇ ਸੰਬੰਧ ਵਿੱਚ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਹਾਡੇ ਸਵਾਲ ਦੇ ਜਵਾਬ ਵਿੱਚ ਵੀ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ। ਸੰਵਿਧਾਨ ਦੀ ਲੋੜ ਮਹਿਸੂਸ ਸੀ, ਇਹਨਾਂ ਵਿੱਚ ਕੋਈ ਸੰਵਿਧਾਨ ਬਣਾਉਣ ਵਾਲਾ ਨਹੀਂ ਸੀਗਾ। ਮੈਂ ਇਹ ਕਹੂੰਗਾ ਭਾਰਤੀ ਜਿੰਨੇ ਵੀ ਰਾਜਸੀ ਨੇਤਾ ਸੀ ਉਹ ਇੰਗਲੈਂਡ ਗਏ ਪੜ੍ਹਾਈ ਕਰਨ, ਪੜ੍ਹਾਈ ਦੇ ਨਾਲ ਉਹਨੇ ਕੀ ਕੀਤਾ ਮੈਂ ਕਹਿ ਨਹੀਂ ਸਕਦਾ ਹੁਣ ਦੀ ਰਿਕਾਰਡ, ਲੇਕਿਨ ਇੱਕ ਡਾਕਟਰ ਸਾਹਿਬ ਐਸੇ ਸੀ ਭਾਰਤੀ ਜਿਹੜੇ ਵਾਕਿਆ ਹੀ ਸਟੂਡੈਂਟ ਸੀ, ਜਿਹੜੇ ਵਾਕਿਆ ਹੀ ਪੜ੍ਹਾਈ ਕਰਨ ਗਏ ਸੀ, ਔਰ ਜਿਨ੍ਹਾਂ ਨੇ ਡਾਕਟਰੇਟ ਵਗੈਰਾ 2-2 3-3 ਕਰਕੇ 32 ਡਿਗਰੀਆਂ ਪ੍ਰਾਪਤ ਕਰਕੇ ਉਹ ਭਾਰਤ ਵਿੱਚ ਆਏ। ਜਦੋਂ ਇਹਨਾਂ ਨੇ ਫਿਰ ਕੋਈ ਚਾਰਾ ਨਾ ਚੱਲਦਾ ਦੇਖਿਆ ਅਤੇ ਉਹਨਾਂ ਨੇ ਭਾਰਤ ਦੇ ਪਾਰਲੀਮੈਂਟ ਦੇ ਜਿਹੜੇ ਮੈਂਬਰ ਚੁਣੇ ਸੀ ਉਹਨਾਂ ਦੇ ਵਿੱਚੋਂ 193 ਮੈਂਬਰ ਸੰਵਿਧਾਨਕ ਕਮੇਟੀ ਦੇ ਚੁਣੇ। 193 ਉਹਨਾਂ ਵਿੱਚ 33 ਮੈਂਬਰ ਸ਼ੈਡਿਊਲਡ ਕਾਸਟ, ਸ਼ੈਡਿਊਲਡ ਟਰਾਈਬ ਦੇ ਲਏ। ਫਿਰ ਇਹਨਾਂ ਦੇ ਵਿੱਚੋਂ 7 ਮੈਂਬਰੀ ਇੱਕ ਡਰਾਫਟਿੰਗ ਕਮੇਟੀ ਤਿਆਰ ਕੀਤੀ, ਉਹਦਾ ਪ੍ਰਧਾਨ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਨੂੰ ਬਣਾਇਆ ਗਿਆ। ਉਹਦੇ ਨਾਲ 7 ਮੈਂਬਰ ਜੁੜੇ,
ਇੱਕ ਸੀ ਅਲਾਦੀ ਕ੍ਰਿਸ਼ਨ ਅਈਅਰ, ਦੂਜਾ ਸੀਗਾ ਗੋਪਾਲ ਅਈਅਰ, ਤੀਜਾ ਸੀ KN ਮੁਨਸ਼ੀ, ਚੌਥਾ ਸੀ ਸੈਯਦ ਮੁਹੰਮਦ ਸੌਦੁੱਲਾ, ਇਹ BN ਮਿੱਤਰ, ਅਤੇ ਛੇਵਾਂ ਸੀਗਾ DP ਖਤਾਨ, ਅਤੇ ਸੱਤਵੇਂ ਪ੍ਰਧਾਨ ਸਾਹਿਬ ਸੀਗੇ ਡਾਕਟਰ ਸਾਹਿਬ। ਠੀਕ ਹੈ। ਇਹ ਪਹਿਲਾਂ 4-5 ਇਹਨਾਂ ਦੀਆਂ ਕਾਫੀ ਮੀਟਿੰਗਾਂ ਹੋਈਆਂ। ਇਹਨਾਂ ਦੇ ਵਿੱਚੋਂ 2 ਦੀ ਡੈਥ ਹੋ ਗਈ, ਉਹ 2 ਮੈਂਬਰ ਰਿਪਲੇਸ ਕੀਤੇ ਗਏ। ਇੱਕ ਵਿਦੇਸ਼ ਵਿੱਚ ਚਲੇ ਗਿਆ, ਰਿਪਲੇਸ ਕੀਤਾ। N ਰਾਓ ਬਾਹਰ ਚਲਾ ਗਿਆ। ਇੱਕ ਮੈਂਬਰ ਜਿਹੜਾ ਸੀਗਾ ਖੈਤਾਨ, ਉਹਨੂੰ ਭਾਗ ਹੀ ਨਹੀਂ ਲਿਆ, ਉਹ ਕਹਿੰਦਾ ਇਹ 'ਚ ਮਾਰਿਆ, ਮੈਂ ਇਹਦੇ ਦੂਜੇ 'ਚ ਨਹੀਂ ਜਾਣਾ। 2 ਅਨਪੜ੍ਹ ਸੀਗੇ, ਇਸ ਕਰਕੇ ਜਦੋਂ ਮੀਟਿੰਗ ਪਹਿਲੀ ਹੋਈ ਉਹਦੇ ਵਿੱਚ 4 ਮੈਂਬਰ ਦੇ ਵਿੱਚੋਂ 3 ਮੈਂਬਰ ਹਾਜ਼ਰ ਹੋਏ। ਗਾਹਾਂ ਇਹ 2 ਹੀ ਰਹਿ ਗਏ, TT ਨਿਵਾਸਨ, ਉਹ ਜ਼ਿੰਮੇਵਾਰੀ ਆਚਾਰੀਆ ਨਿਵਾਸਨ ਰਾਓ, ਉਹ ਰਹਿ ਗਿਆ। ਉਹਨਾਂ ਨੇ ਸਬੂਤ ਦਿੱਤਾ, ਉਹਨੇ ਇਹਨਾਂ ਦੀ ਸਪੋਰਟ ਕੀਤੀ। ਫਿਰ ਕਹਿੰਦੇ ਇਹਨਾਂ ਦੀ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਪੂਨਾ ਪੈਕਟ ਨੂੰ ਪੂਰੀ ਤਰ੍ਹਾਂ ਵਿਚਾਰਿਆ, ਪੂਰੀ ਤਰ੍ਹਾਂ ਉਹਨੂੰ ਵਿਚਾਰਿਆ ਵੀ ਆਹ ਗੱਲ ਹੋਈ ਆ, ਆਪਾਂ ਇਹ ਗੱਲ ਇਹਦੇ ਵਿੱਚ ਲਿਆਉਣੀ ਆ। ਫਿਰ ਉਹਦੇ ਆਧਾਰ 'ਤੇ ਪੂਨਾ ਪੈਕਟ ਦੇ ਆਧਾਰ ਦੇ ਉੱਤੇ ਇਹ ਗਵਰਨਮੈਂਟ ਆਫ ਇੰਡੀਆ ਐਕਟ 1935 ਦਾ ਇੱਕ ਖਰੜਾ ਤਿਆਰ ਕੀਤਾ ਗਿਆ, ਜਿਹਨੂੰ ਫਿਰ ਅੰਗਰੇਜ਼ਾਂ ਨੇ ਮਨਜ਼ੂਰੀ ਦਿੱਤੀ 35 ਤੋਂ ਬਾਅਦ। ਫਿਰ ਉਹ ਅਸਲ ਦੇ ਵਿੱਚ ਉਹ ਖਰੜਾ ਪਹਿਲਾਂ ਤਿਆਰ ਹੋ ਗਿਆ ਸੀ। ਫਿਰ ਡਾਕਟਰ ਸਾਹਿਬ ਨੇ ਆਪਣੀ ਲਿਆਕਤ, ਐਜੂਕੇਸ਼ਨ, ਆਪਣਾ ਅਨੁਭਵ, ਆਪਣੀਆਂ ਡਿਗਰੀਆਂ, ਆਪਣਾ ਦੈਵੀ ਦਾਇਤਵ ਇਹਦੇ ਵਿੱਚ ਲਾਇਆ। ਉਹਨੇ ਕੀ ਕੀਤਾ ਫਿਰ, ਡਾਕਟਰ ਸਾਹਿਬ ਨੇ ਆਰਟੀਕਲ 17 ਸੀ, ਛੂਆ-ਛਾਤ ਖਤਮ ਕੀਤੀ, ਸਜ਼ਾਯੋਗ ਅਪਰਾਧ ਬਣਾਇਆ। ਫਿਰ ਉਹਨਾਂ ਨੇ ਆਰਟੀਕਲ 15 ਦੇ ਵਿੱਚ SC ST ਦੇ ਲਈ ਬਿਹਤਰ ਐਜੂਕੇਸ਼ਨ ਦੇਣੀ ਆ, ਉਹਦਾ ਪ੍ਰਬੰਧ ਕਰਨਾ ਹੈ, ਢਾਂਚਾ ਤਿਆਰ ਕਰਨਾ ਹੈ। ਆਰਟੀਕਲ 16 ਲਿਖਿਆ, ਉਹਦੇ ਵਿੱਚ SC ST ਦੇ ਲਈ ਇਹ ਗਵਰਨਮੈਂਟ ਜੋਬ ਦੇ ਵਿੱਚ ਰਾਖਵਾ ਕਰਨ ਦੇਣਾ। ਆਰਟੀਕਲ 330 ਤੇ 30 ਤੋਂ 32 ਦੇ ਵਿੱਚ ਉਹਨਾਂ ਨੇ ਪਾਰਲੀਮੈਂਟ ਵਿੱਚ, ਵਿਧਾਨ ਸਭਾਵਾਂ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਅੰਦਰ ਸਾਰੀ ਰਿਜ਼ਰਵੇਸ਼ਨ ਲਾਗੂ ਕੀਤੀ। ਫਿਰ ਉਹਨਾਂ ਦਾ ਆਰਟੀਕਲ ਜਿਹੜਾ 335 ਸੀ, ਹਰ ਪੱਧਰ 'ਤੇ ਘੱਟ ਐਜੂਕੇਟਡ ਬੰਦਿਆਂ ਨੂੰ ਅੰਕ ਦੀ ਛੋਟ ਦੇ ਕੇ ਉਹਨਾਂ ਨੂੰ ਅਗਲੇ ਕੋਰਸਾਂ ਦੇ ਵਿੱਚ ਤੋਰਨ ਦਾ ਯਤਨ ਕੀਤਾ। ਫਿਰ ਉਹਦੇ ਵਿੱਚ ਉਹਨਾਂ ਨੇ ਆਰਟੀਕਲ 325 ਦੇ ਵਿੱਚ ਜਨਰਲ ਸੀਟਾਂ ਦੇ ਉੱਤੇ ਹੱਕ ਦਿੱਤਾ ਕਿ ਦਲਿਤ ਐਜੂਕੇਟਡ ਮੁੰਡੇ ਜਿਹੜੇ ਮੈਰੀਟੋਰੀਅਸ ਆ, ਉਹ ਜਨਰਲ ਸੀਟਾਂ 'ਤੇ ਲੜ ਕੇ ਕਿਸੇ ਵੀ ਭਰਤੀ ਦੇ ਵਿੱਚ ਜਾ ਕੇ ਕਿਸੇ ਵੀ ਅਹੁਦੇ 'ਤੇ ਬਿਰਾਜਮਾਨ ਹੋ ਸਕਦੇ। ਫਿਰ ਉਹਨਾਂ ਨੇ ਆਰਟੀਕਲ 346 ਦੇ ਰਾਹੀਂ SC ST ਦੀ ਭਲਾਈ ਦੇ ਲਈ ਵਚਨਬੱਧਤਾ ਦਵਾਈ ਵੀ ਭਾਰਤੀ ਸੰਵਿਧਾਨ ਦੇ ਨੁਮਾਇੰਦੇ ਵਚਨਬੱਧ ਹੋਣਗੇ ਇਹ SC ST ਦੀ ਭਲਾਈ ਦੇ ਲਈ। ਫਿਰ ਉਹਨੇ ਆਰਟੀਕਲ 14 ਲਿਖਿਆ, ਆਰਟੀਕਲ ਦੇ ਵਿੱਚ ਲਾਇਆ ਅਸਮਾਨਤਾ ਨੂੰ ਸਮਾਨ ਬਣਾਉਣ ਦੇ ਲਈ ਇਹ ਜਿਹੜਾ ਪ੍ਰਾਵਧਾਨ ਆ ਇਹ ਗੌਰਮੈਂਟ ਕਰੇ ਔਰ ਇਹਨੂੰ ਬਹਾਲ ਰੱਖਿਆ ਜਾਵੇ। 19 ਦੇ ਵਿੱਚ ਜਥੇਬੰਦੀ ਬਣਾਓ, ਸੁਸਾਇਟੀਆਂ ਬਣਾਓ, ਕੰਮ ਕਰੋ, ਆਪਣਾ ਕਰੋ, ਪ੍ਰਾਈਵੇਟ ਕਰੋ, ਸੁਸਾਇਟੀਆਂ ਦਾ ਕਰੋ, ਕੋਈ ਵੀ ਕੰਮ ਕਰੋ, ਤੁਹਾਨੂੰ ਖੋਲ੍ਹਿਆ, ਤੁਹਾਨੂੰ ਕੋਈ ਨਹੀਂ ਰੋਕੂਗਾ। ਫਿਰ ਉਹਨਾਂ ਨੇ ਐਜੂਕੇਸ਼ਨ ਦੇ ਦਿੱਤਾ, ਸਕੂਲ ਬਣਾਓ ਆਪਣੇ, ਜਿਹੜੇ ਏਡਡ ਸਕੂਲ ਬਣਾਏ ਪੰਜਾਬ ਵਿੱਚ, ਇਹਨਾਂ ਦਾ ਕੋਈ ਨਹੀਂ ਰੋਕੂਗਾ। ਆਰਟੀਕਲ 10 ਦੇ ਵਿੱਚ ਉਹਨੇ ਫਿਰ ਕੀਤਾ ਵੀ ਭਾਰਤ ਦੇ ਲੋਕ ਭਾਰਤ ਦੇ ਵਿੱਚ ਕਿਸੇ ਵੀ ਧਰਮ ਨੂੰ ਮੰਨਣਗੇ। ਜਿੱਦਾਂ ਉਹਨਾਂ ਨੇ ਕਿਹਾ ਕਿ ਭਾਰਤੀ ਪਾਰਲੀਮੈਂਟ ਕਿਸੇ ਵੀ ਧਰਮ ਦੀ ਪ੍ਰੋ ਨਹੀਂ ਹੋਊਗੀ, ਬਿਲਕੁਲ ਐਂਟੀ ਨਹੀਂ ਹੋਊਗੀ ਅਤੇ ਨੈਗੇਟਿਵ ਨਹੀਂ ਹੋਊਗੀ। ਇੱਦਾਂ ਹੀ ਉਹਨੇ ਕਿਹਾ ਵੀ ਭਾਰਤ ਸੰਵਿਧਾਨ ਦਾ ਧਰਮ ਉਹੀ ਹੋਊਗਾ ਜਿਹੜਾ ਧਰਮ ਲੋਕਣਗੇ, ਅਤੇ ਭਾਰਤੀ ਸੰਵਿਧਾਨ ਸੈਕੂਲਰ ਰਹੂਗਾ। ਨੇਚਰ ਦੇ ਵਿੱਚ ਸੈਕੂਲਰ ਹੈ ਭਾਰਤੀ ਸੰਵਿਧਾਨ। ਫਿਰ ਉਹਨਾਂ ਨੇ ਕਿਹਾ ਕਿ 320 ਦੇ ਵਿੱਚ ਫਿਰ ਉਹਨੇ ਕਿਹਾ ਵੀ ਸੀਟਾਂ ਭਰਦੀਆਂ ਰਿਜ਼ਰਵੇਸ਼ਨ ਦੀਆਂ, ਕੇਂਦਰ ਦੇ ਵਿੱਚ ਕਿਸੇ ਤੋਂ ਕੋਈ ਸਲਾਹ ਲੈਣ ਦੀ ਲੋੜ ਨਹੀਂ, ਪਰ ਅੱਜ ਇਹ ਸਲਾਹ ਲਈ ਜਾਂਦੀ ਆ। ਸਲਾਹ ਲੈਣ ਦੀ ਲੋੜ ਨਹੀਂ, ਇਹ ਸੀਟਾਂ ਅਫਸਰਾਂ ਨੇ ਜਾਂ ਮੋਹਰੇ ਦੇ ਮੌਕਿਆਂ ਮੈਂਬਰਾਂ ਨੇ ਆਟੋਮੈਟੀਕਲੀ ਭਰਦੀਆਂ। ਫਿਰ ਉਹਨੇ 335 ਦੇ ਵਿੱਚ ਇੱਕ ਹੋਰ ਕਿਹਾ ਵੀ ਸਾਰੀਆਂ ਨੌਕਰੀਆਂ ਭਰਦੀਆਂ ਜ਼ਰੂਰੀ ਆ, ਬੈਕਲੌਗ ਨਹੀਂ ਰੱਖਣਾ, ਪਰ ਅੱਜ ਬੈਕਲੌਗ ਹੈਗਾ। ਇਹ ਹਿੰਦੂਆਂ ਦੀ ਇਹ ਬੇਈਮਾਨੀ ਆ, ਇਹਦੇ ਵਿੱਚ ਬੈਕਲੌਗ ਹੈਗਾ ਆ। ਫਿਰ ਉਹਦੇ ਵਿੱਚ ਉਹਨਾਂ ਨੇ ਕਿਹਾ 341 ਦੇ ਵਿੱਚ SC ST ਜਿਹੜੇ ਕਬੀਲੇ ਆ ਉਹਨਾਂ ਦੀ ਚੋਣ ਕਰ ਲਈ ਆ, ਪਹਿਚਾਣ ਕਰ ਲਈ ਆ, ਇਹਨਾਂ ਨੂੰ ਰਿਜ਼ਰਵੇਸ਼ਨ ਮਿਲਣੀ ਆ। ਇਹ ਪਰ ਉਹਨਾਂ ਨੇ ਉਹਦੇ ਵਿੱਚ ਵੀ ਧੋਖਾ ਕੀਤਾ ਆ ਸੰਵਿਧਾਨ ਨੂੰ ਚਲਾਉਣ ਵਾਲਿਆਂ ਨੇ। ਫਿਰ ਅੰਤ ਵਿੱਚ ਉਹਨਾਂ ਨੇ ਕਿਹਾ ਮੈਂ ਹੱਕ ਦਾ ਦੇ ਦਿੱਤੇ ਆ, ਪ੍ਰਾਵਧਾਨ ਬਣਾਤੇ ਆ, ਪਰ ਇਸ ਸਾਰੀ ਰਿਜ਼ਰਵੇਸ਼ਨ ਨੂੰ ਨਿਗਾਹ 'ਚ ਰੱਖਣ ਦੇ ਲਈ ਆਰਟੀਕਲ 378 ਦੀ ਦਰਜ ਕੀਤਾ ਗਿਆ ਕਿ ਇੱਕ SC ST ਕਮਿਸ਼ਨ ਬਣਾਇਆ ਜਾਊਗਾ, ਜਿਹੜਾ ਕਮਿਸ਼ਨ ਸਾਰੀ ਇਸ ਪਾਲਿਸੀ ਦੀ ਨਿਗਰਾਨੀ ਕਰੂਗਾ। ਉਹ ਕਮਿਸ਼ਨ ਹੈਗਾ ਆ, ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ। ਜੱਸੀ ਸਾਹਿਬ ਦੇਖੋ, ਬਾਬਾ ਸਾਹਿਬ ਨੇ ਨਾ ਜਿਹੜਾ ਭਾਰਤੀ ਸੰਵਿਧਾਨ ਦੇ ਵਿੱਚ ਆਪਾਂ ਨੂੰ ਹੱਕ, ਦਲਿਤ ਸਮਾਜ ਨੂੰ, ਪਛੜੇ ਸਮਾਜ ਨੂੰ ਹੱਕ ਜਿਹੜੇ ਆ
ਉਹ ਲੈ ਕੇ ਦਿੱਤੇ ਆ। ਇਹ ਵਾਕਿਆ ਗੱਲ ਠੀਕ ਹੈ ਇਹਨਾਂ ਦੀ ਵੀ ਜਿਹੜੇ ਇਹ ਕਾਨੂੰਨ ਆਪਾਂ ਲਿਖ ਕੇ ਦੇ ਦਿੱਤੇ ਆ, ਅਸਲੀ ਗੱਲ ਹੁੰਦੀ ਆ ਵੀ ਜਿਹਨਾਂ ਨੇ ਲਾਗੂ ਕਰਨੇ ਆ ਉਹਨਾਂ ਨੇ ਉਹਨਾਂ ਨੂੰ ਕਿਸ ਸ਼ਕਲ ਦੇ ਵਿੱਚ, ਕਿਸ ਰੂਪ ਦੇ ਵਿੱਚ ਜਿਹੜਾ ਇਹ ਲਾਗੂ ਕਰਨਾ। ਇੱਦਾਂ ਹੀ ਭਾਰਤ ਆਜ਼ਾਦ ਭਾਰਤ ਦੇ ਇਹ ਬਾਬਾ ਸਾਹਿਬ ਨੂੰ ਪਹਿਲੇ ਕਾਨੂੰਨ ਮੰਤਰੀ ਬਣਾਇਆ ਗਿਆ, ਪਰ ਉਹ ਕਿੱਦਾਂ ਦੇ ਕੋਈ ਕਾਰਨ ਬਣੇ ਵੀ ਉਹਨਾਂ ਨੇ ਆਪਣੇ ਕਾਨੂੰਨ ਮੰਤਰੀ ਦੇ ਜਿਹੜਾ ਉਹ ਤੋਂ ਅਸਤੀਫਾ ਦੇ ਦਿੱਤਾ। ਅਤੇ ਇਹਦੇ ਬਾਰੇ ਵੀ ਥੋੜ੍ਹਾ ਜਿਹਾ ਆਪਾਂ ਗੱਲ ਕਰਦੇ। ਸਾਲੋਂ ਸਾਹਿਬ ਇਹ ਬਹੁਤ ਵਧੀਆ ਪ੍ਰਸ਼ਨ ਆ। ਇੱਕ ਗੱਲ, ਦੂਜਾ ਇਹ ਪ੍ਰਸ਼ਨ ਭਾਰਤ ਦੀ ਜਨਤਾ ਨੂੰ ਇੱਕ ਸਿੱਖਿਆ ਦਿੰਦਾ ਦਊਗਾ। ਬਿਲਕੁਲ ਬਿਲਕੁਲ ਇਹਦੀ ਲੋਕਮੀ ਗੱਲ ਹੋ ਰਿਹਾ ਹਾਂਜੀ, ਤੇ ਇਹਦੀ ਜਿਹੜੀ ਜੜ੍ਹਾਂ ਗੱਲ ਆ ਉਹ ਹੋ ਰਿਹਾ ਅੱਛਾ, ਵੱਖਰਾ 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 ਹੈ। ਦੇਖੋ, ਅੰਗਰੇਜ਼ਾਂ ਨੇ ਜਾਣ ਤੱਕ ਪੂਰੀ ਢਿੱਲ ਲਾਤੀ ਸੀ। ਹਾਂਜੀ, ਢਿੱਲ ਇਹ ਸੀ ਕਿ ਪਾਕਿਸਤਾਨ ਦੇ ਦਿੱਤਾ ਉਹਨਾਂ ਨੂੰ। ਠੀਕ ਆ, ਉਹ ਡਾਕਟਰ ਸਾਹਿਬ ਨੂੰ ਭਾਰਤ ਦੇ ਵਿੱਚ ਅਛੂਤ ਸਟੇਟ ਦੇਣੀ ਚਾਹੁੰਦੇ ਸੀ, ਵੱਖਰੀ। ਠੀਕ ਆ, ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਡਾਕਟਰ ਸਾਹਿਬ ਦੇ ਪੱਟੂ ਪਾ ਕੇ, ਤੂੰ ਹਿੰਦੂ ਨੇਤਾ ਆ, ਅਸੀਂ ਤੈਨੂੰ ਹਿੰਦੂ ਨੇਤਾ ਮੰਨਦੇ ਹਾਂ, ਤੈਨੂੰ ਅਸੀਂ ਇਹ ਮੰਨਦੇ ਹਾਂ, ਤੁਹਾਨੂੰ ਅਸੀਂ ਆਹ ਮੰਨਦੇ ਹਾਂ, ਆਹ ਹੱਕ ਦੇਵਾਂਗੇ। ਇਨੀ ਭਰਮਾ ਕੇ ਜਦੋਂ ਇਹਨੇ ਦੇਖਿਆ ਵੀ ਇਹ 70 ਕਰੋੜ ਦੀ ਆਬਾਦੀ ਦੇ ਵਿੱਚ ਤੇ 33-34 ਕਰੋੜ ਦਾ ਸ਼ਡਿਊਲਡ ਕਾਸਟ ਆ, ਇਹ ਵੱਖਰੇ ਹੋ ਜਾਣੇ ਆ, ਉਹ ਵੱਖਰੇ ਹੋ ਜਾਣੇ ਆ। ਇਹਨਾਂ ਨੇ ਬੜੇ ਉਹਨਾਂ ਡਾਕਟਰ ਸਾਹਿਬ ਦੇ ਅੰਗਰੇਜ਼ਾਂ ਦੇ ਸਾਹਮਣੇ ਡਾਕਟਰ ਸਾਹਿਬ ਨਾਲ ਬਹੁਤ ਵੱਡੇ ਵਾਅਦੇ ਕੀਤੇ ਗਏ। ਪਹਿਲਾ ਵਾਅਦਾ ਸੀ ਕਿ ਡਾਕਟਰ ਸਾਹਿਬ ਨੂੰ ਸੁਪਰੀਮ ਕੋਰਟ ਦਾ ਚੀਫ ਜਸਟਿਸ ਆਫ ਇੰਡੀਆ ਲਾਇਆ ਜਾਊਗਾ। ਠੀਕ ਆ, ਤਾਂ ਕਿ ਕੋਈ ਵੀ ਜਿਹੜਾ ਮਤਲਬ ਕੇਸ ਪਹਿਲੇ ਆਉਂਦੇ ਆ 15-20 ਸਾਲ, ਉਹ ਐਸੀ ਉਦਾਹਰਣ ਸੈੱਟ ਕਰ ਦਿੱਤੀ ਜਾਵੇ, ਸੰਵਿਧਾਨ ਲਾਗੂ ਕਰਨਾ। ਹਾਂ, ਇਹ ਉਦੋਂ ਮੁੱਕਰ ਗਏ। ਠੀਕ ਆ, ਪਹਿਲੀ ਜਿਹੜੀ ਮੁੱਕਰੀ ਗੱਲ ਇਹ ਸੀ। ਭਾਵੇਂ ਇਹਨਾਂ ਨੂੰ ਬਾਅਦ ਵਿੱਚ ਧੋਖੇ ਨਾਲ ਕਾਨੂੰਨ ਮੰਤਰੀ ਬਣਾਤਾ, ਇਹ ਸੈਟੀਸਫਾਈਡ ਨਹੀਂ ਸੀ ਹੋਏ। ਇਹਨਾਂ ਦੇ ਦਿਲ ਦੇ ਵਿੱਚ ਇਹ ਸੀ ਕਿ ਭਾਰਤ ਦੇ ਹਿੰਦੂ ਲੋਕ ਜਿਹੜੇ ਉਸ ਵੇਲੇ ਪਾਰਲੀਮੈਂਟ ਦੇ ਮੈਂਬਰ ਬਣੇ, ਉਹ ਲੁਕਵੇਂ ਢੰਗ ਨਾਲ ਤਾਂ ਆਪਾਂ ਹਿੰਦੂਆਂ ਦਾ, ਅਛੂਤਾਂ ਦਾ ਵਿਰੋਧ ਕਰਦੇ ਹੀ ਕਰਦੇ ਸੀ। ਬਿਲਕੁਲ, ਉਹ ਜ਼ਾਹਰਾ ਤੌਰ ਤੇ ਵੀ ਵਿਰੋਧ ਕਰਦੇ ਸੀ। ਹਰ ਗੱਲ ਜਿਹੜੀ ਚੰਗੀ ਬਾਤ ਕੀਤੀ ਜਾਂਦੀ ਸੀ, ਉਹ ਡਾਕਟਰ ਸਾਹਿਬ ਦੀ ਗੱਲ ਦੇ ਵਿੱਚ ਟੰਗ ਅੜਾਉਂਦੇ ਸੀ ਹਿੰਦੂ ਨੇਤਾ। ਬਿਲਕੁਲ, ਉਹ ਕਹਿਣ ਨੂੰ ਕਾਂਗਰਸੀ ਸੀ, ਲੇਕਿਨ ਪਹਿਲੀ ਕਾਂਗਰਸ ਮਿਨਿਸਟਰੀ ਨੇ ਹੀ ਡਾਕਟਰ ਸਾਹਿਬ ਦੇ ਪੈਰਾਂ ਦੇ ਵਿੱਚ ਬੇੜੀਆਂ ਪਾਉਣ ਦਾ ਇਹ ਯਤਨ ਕੀਤਾ, ਟੰਗ ਅੜਾਈ। ਹਿੰਦੂ ਕੋਡ ਬਿੱਲ ਤਾਂ ਇੱਕ ਤਤਕਾਲੀ ਕਾਰਨ ਆ ਕਿ ਡਾਕਟਰ ਸਾਹਿਬ ਨੇ ਅਸਤੀਫਾ ਦਿੱਤਾ। ਅਸਲ ਕਾਰਨ ਹੋ ਰਿਹਾ, ਮਗਰ ਮੈਂ ਤੁਹਾਨੂੰ ਬਾਅਦ 'ਚ ਦੱਸਦਾ। ਇਹਦੇ ਵਿੱਚ ਵੀ ਇਹਨਾਂ ਨੇ ਕੀ ਕੀਤਾ, 5 ਫਰਵਰੀ 1951 ਨੂੰ ਇੱਕ ਬਿੱਲ ਪੇਸ਼ ਕੀਤਾ, ਜਿਹਨੂੰ ਹਿੰਦੂ ਕੋਡ ਬਿੱਲ ਕਹਿੰਦੇ ਆ। ਜਦੋਂ ਬਿੱਲ ਪੇਸ਼ ਕੀਤਾ, ਇਹਦੇ 'ਤੇ ਵਿਚਾਰ ਹੋਣੀ ਸੀ ਸਤੰਬਰ 1951 ਦੇ ਵਿੱਚ। ਡਾਕਟਰ ਸਾਹਿਬ ਉੱਧਰ ਦਿੱਲੀ ਸੀਗੇ। ਡਾਕਟਰ ਸਾਹਿਬ ਨੇ ਦਿੱਲੀ ਹੋਣ ਦਾ ਫਾਇਦਾ ਉਠਾਇਆ। 15/4/51 ਨੂੰ ਡਾਕਟਰ ਭਵਨ ਦਾ ਨੀਂਹ ਪੱਥਰ ਰੱਖਿਆ ਗਿਆ ਦਿੱਲੀ ਦੇ ਵਿੱਚ। ਉਹ ਤੋਂ ਬਾਅਦ ਡਾਕਟਰ ਸਾਹਿਬ ਬੰਬੇ ਚਲੇ ਗਏ। ਜਦੋਂ ਬੰਬੇ ਚਲੇ ਗਏ ਤੇ ਫਿਰ ਡਾਕਟਰ ਸਾਹਿਬ ਨੇ ਉੱਥੇ ਕਾਨਫਰੰਸ ਕੀਤੀ। ਡਾਕਟਰ ਸਾਹਿਬ ਰੱਜ ਕੇ ਨਹਿਰੂ ਗਾਂਧੀ ਤੇ ਨਹਿਰੂ ਗਾਂਧੀ ਦੇ ਮੰਤਰੀ ਮੰਡਲ ਦੇ ਵਿਰੁੱਧ ਬੋਲੇ। ਇੱਥੇ ਖਲਬਲੀ ਮਚ ਗਈ ਕਿ ਇੰਡੀਆ 'ਚ ਹੋਣ ਕੀ ਲੱਗਾ ਆ। ਇਹਨਾਂ ਨੇ ਉਹਨੂੰ ਬਹੁਤ ਬੰਦੇ ਭੇਜੇ। ਫਿਰ ਡਾਕਟਰ ਸਾਹਿਬ ਜਦੋਂ ਆਏ ਤੇ ਇਹਨਾਂ ਨੇ 10 ਅਗਸਤ ਨੂੰ ਇੱਕ ਚਿੱਠੀ ਲਿਖੀ 51 'ਚ ਵੀ ਨਹਿਰੂ ਸਾਹਿਬ ਪ੍ਰਧਾਨ ਮੰਤਰੀ ਨੂੰ ਵੀ ਇਹ ਜਿਹੜਾ ਹਿੰਦੂ ਕੋਡ ਐਕਟ ਵੇਲਿਆ, ਇਹਨੂੰ ਜਲਦੀ ਪਾਸ ਕਰੋ, ਮੇਰੀ ਸਿਹਤ ਨਹੀਂ ਠੀਕ। ਇਹ ਜਿਹੜੇ ਕਪਟੀ ਲੋਕ ਸੀਗੇ, ਇਹਨਾਂ ਨੇ ਇਹਦਾ ਵੀ ਇੱਕ ਨਜਾਇਜ਼ ਫਾਇਦਾ ਉਠਾਇਆ। ਉਹ ਵੀ ਮੈਂ ਤੁਹਾਨੂੰ ਬਾਅਦ 'ਚ ਦੱਸੂਗਾ ਕਿੱਦਾਂ ਉਠਾਇਆ। ਇਹਨਾਂ ਨੇ ਕੀ ਕੀਤਾ, ਬਾਅਦ ਵਿੱਚ ਇਹਨਾਂ ਨੇ ਇਸ ਬਿੱਲ ਦੇ ਵਿੱਚ ਮਤਭੇਦ ਦੂਰ ਕਰਨੇ ਦੇ ਨਾਂ ਦੇ ਉੱਤੇ 17 ਸਤੰਬਰ 1957 ਨੂੰ ਇੱਕ ਫੇਰ ਮੀਟਿੰਗ ਰੱਖੀ। ਉਹ ਜਿਹੜੀ ਮੀਟਿੰਗ ਸੀ, ਮੀਟਿੰਗ ਦੇ ਵਿੱਚ ਸ਼ਾਮਾ ਪ੍ਰਸਾਦ ਮੁਖਰਜੀ ਨੇ ਬਿੱਲ ਦਾ ਵਿਰੋਧ ਕੀਤਾ ਡਟ ਕੇ। ਹੋਰ ਤਾਂ ਹੋਰ ਜਿਹੜੇ ਬਾਕੀ ਦੇ ਮੈਂਬਰ ਸੀ, ਭਾਵੇਂ ਸਿਲੈਕਟ ਕਮੇਟੀ ਦੇ 33 ਮੈਂਬਰ ਸੀ, 31 ਨੇ ਵਿਰੋਧ ਕੀਤਾ। ਸਿਰਫ 2 ਮੈਂਬਰਾਂ ਨੇ ਡਾਕਟਰ ਸਾਹਿਬ ਦੀ ਸਪੋਰਟ ਕੀਤੀ, ਹਿੰਦੂ ਕੋਡ ਬਿੱਲ ਦੀ ਸਪੋਰਟ ਕੀਤੀ। ਪਰ ਡਾਕਟਰ ਸਾਹਿਬ ਫੇਰ ਵੀ ਕਹਿਣੋਂ ਨਹੀਂ ਰੁਕੇ। ਡਾਕਟਰ ਸਾਹਿਬ ਕਹਿੰਦੇ ਇਹ ਜਿਹੜੇ ਮਾਨਸਿਕ ਤੌਰ 'ਤੇ ਪਾਗਲ ਆ, ਲਿਓਨੈਟਿਕ ਆ, ਜਿਨ੍ਹਾਂ ਨੇ ਵਿਰੋਧ ਕੀਤਾ, ਇਹ ਨਹੀਂ ਜਾਣਦੇ ਕਿ ਭਾਰਤੀ ਸੰਵਿਧਾਨ ਵਿੱਚ ਹਿੰਦੂ ਕੋਡ ਬਿੱਲ ਦਾ ਪਾਸ ਹੋਣਾ ਬਹੁਤ ਜ਼ਰੂਰੀ ਆ। ਜਦੋਂ ਸ਼ਾਮਾ ਪ੍ਰਸਾਦ ਮੁਖਰਜੀ ਨੇ ਵਿਰੋਧ ਕੀਤਾ ਤੇ ਨਹਿਰੂ ਝੁਕ ਗਿਆ। ਜਿੱਦਾਂ ਹੀ 19 ਸਤੰਬਰ 51 ਨੂੰ ਰੂੜੀ ਤੇ ਕੱਟੜਵਾਦੀਆਂ ਦੇ ਮੋਹਰੇ ਝੁਕਿਆ, ਦੂਜੇ ਦਿਨ ਡਾਕਟਰ ਸਾਹਿਬ ਨੂੰ ਪਤਾ ਲੱਗ ਗਿਆ, ਹਥਿਆਰ ਸਿੱਟ ਦਿੱਤੇ ਆ। ਡਾਕਟਰ ਸਾਹਿਬ ਨੇ 28 ਸਤੰਬਰ ਨੂੰ ਅਸਤੀਫਾ
10 ਅਕਤੂਬਰ ਨੂੰ ਉਹਨਾਂ ਨੂੰ 4 ਸੌਂਪਦਾ, ਕਹਿੰਦੇ ਚੱਕੋ ਆਪਣਾ ਜਿਹੜੇ ਤੁਹਾਡੀ ਕਾਨੂੰਨ ਮੰਤਰੀ ਦੇ ਦਾਇਰਾ ਆ, ਕਾਨੂੰਨ ਮੰਤਰੀ ਦਾ ਅਹੁਦਾ ਆ, ਕਾਨੂੰਨ ਮੰਤਰੀ ਦਾ ਦਫ਼ਤਰ ਆ, ਇਹਦਾ ਆ ਲਓ ਆਪਣਾ ਚਾਰਜ ਅਤੇ ਤੁਸੀਂ ਜਾਓ। ਅਸਤੀਫਾ ਦੇ ਦਿੱਤਾ। ਭਾਵੇਂ ਦੰਤਕਾਲੀ ਕਾਰਨ, ਮੈਂ ਜਿੱਦਾਂ ਤੁਹਾਨੂੰ ਕਿਹਾ, ਇਹ ਡਾਕਟਰ ਸਾਹਿਬ ਦੇ ਇਹ ਆ, ਪਰ ਅਸਲ ਦੇ ਵਿੱਚ ਅੰਗਰੇਜ਼ਾਂ ਦੇ ਸਾਹਮਣੇ ਡਾਕਟਰ ਦੇ ਨਾਲ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਉਹ ਨਹੀਂ ਪੂਰਾ ਕੀਤਾ, ਉਹਦੀ ਕੜਤਣ ਦਿਲ ਦੇ ਵਿੱਚ ਸੀ। ਅੰਗਰੇਜ਼ ਜਿਹੜੇ ਸੀਗੇ ਉਹ ਹਿੰਦੂ ਕੱਟੜਵਾਦੀ ਦੇ ਬਾਰੇ, ਅਛੂਤਾਂ ਦੇ ਬਾਰੇ ਬਾਰ-ਬਾਰ ਡਾਕਟਰ ਸਾਨੂੰ ਸੁਚੇਤ ਕਰਦੇ ਸੀ, ਇਹ ਕੱਟੜ ਲੋਕ ਆ, ਇਨੀ ਤੇਰਾ ਕਿਹਾ ਨਹੀਂ ਮੰਨਣਾ, ਤੂੰ ਪਿੱਛੇ ਹਟ ਜਾ ਹੁਣੇ, ਬਾਅਦ ਤੂੰ ਪਛਤਾਏਂਗਾ। ਇਹ ਗੱਲ ਉਹਨਾਂ ਨੇ ਪਹਿਲਾਂ ਕਹੀ ਜੋ ਸੀ, ਇਨੀ ਫਿਰ ਕੀ ਕੀਤਾ। ਫਿਰ ਇਹਦੇ ਵਿੱਚ ਇੱਕ ਗੱਲ ਹੋਈ, ਪਹਿਲੀ ਉਹਨਾਂ ਨੇ ਦੂਜਾ ਕਾਰਨ ਜਿਹੜਾ ਬਣਿਆ ਉਹ ਇਹ ਸੀ, ਦੂਜਾ ਕਾਰਨ ਬਣਿਆ ਕਸ਼ਮੀਰ ਦਾ ਮਸੌਦਾ। ਠੀਕ ਹੈ। ਇਹਨਾਂ ਨੇ ਅੰਗਰੇਜ਼ਾਂ ਦੀ ਨਹੀਂ ਮੰਨੀ, ਦੂਜਿਆਂ ਦੀ ਨਹੀਂ ਮੰਨੀ, ਫਿਰ ਉਹਨਾਂ ਨੇ ਭਾਰਤਾਂ ਨੂੰ, ਦਲਿਤਾਂ ਨੂੰ ਖਾਸ ਕਰਕੇ ਜਿਹੜਾ ਹੱਕ ਦੇਣਾ ਸੀ, ਡਾਕਟਰ ਸਾਹਿਬ ਦੇ ਸਾਹਮਣੇ ਜਿਹੜਾ ਫੈਸਲਾ ਹੋਇਆ ਸੀ ਉਹ ਦੇਖਿਆ, ਅਤੇ ਉਹਨਾਂ ਨੇ ਇਹਦੇ ਵਿੱਚ ਦੇਖਿਆ ਵੀ ਭਰੋਸਾਯੋਗ ਤਾਂ ਹੈ ਨਹੀਂ ਇਹ ਲੋਕ ਅੱਗਾ ਪਿੱਛਾ ਕਰਦੇ ਆ। ਫਿਰ ਉਹਨਾਂ ਨੇ ਇਸ ਕਾਰਨ ਤੋਂ ਬਾਅਦ ਵਚਨ ਦੇ ਕੇ, ਵਿਸ਼ਵਾਸ ਦਵਾ ਕੇ ਅਛੂਤਾਂ ਦੇ ਦੀ ਭਲਾਈ ਦੇ ਲਈ, ਜਿਹੜੇ ਭਲਾਈ ਦੇ ਲਈ ਕੰਮ ਸੀ, ਪਲੈਨਿੰਗ ਬੋਰਡ ਦਾ ਜਿਹੜਾ ਕੰਮ ਸੀ ਜਾਂ ਜਿਹੜੇ ਦੂਜੇ ਕੰਮ ਸੀ, ਉਹਨਾਂ ਦੇ ਵਿੱਚੋਂ ਹੱਥ ਖਿੱਚਣਾ ਸ਼ੁਰੂ ਕਰ ਦਿੱਤਾ। ਡਾਕਟਰ ਸਾਹਿਬ ਨੂੰ ਇਹ ਵੀ ਗੱਲ ਖੜਕਦੀ ਸੀ। ਕਾਂਗਰਸ ਸਰਕਾਰ ਨੇ ਜਾਣ ਬੁੱਝ ਕੇ SC ST ਨੀਤੀਆਂ ਜਿਹੜੀਆਂ ਸੀਆਂ ਉਹਨਾਂ ਵੱਲ ਧਿਆਨ ਦੇਣਾ ਬੰਦ ਕਰ ਦਿੱਤਾ। ਉਹਨਾਂ ਦੇ ਲਈ ਫੰਡ ਤਾਂ ਰੱਖੇਗਾ 1800 ਕਰੋੜ, 2000 ਕਰੋੜ, ਅਤੇ ਜਿਹੜੇ ਸਾਲ ਬਾਅਦ ਖਰਚਣਾ, ਇੱਕ ਦਾ 78 ਕਰੋੜ ਖਰਚਿਆ ਸੀ, ਇੱਕ ਦਾ 99 ਕਰੋੜ ਦਿਖਾਵੇ ਲਈ ਰੱਖ ਦਿੱਤੇ, ਦਿਖਾਵੇ ਲਈ ਫੰਡ ਰੱਖ ਦਿੱਤੇ, ਖਰਚੇ ਕਿਸੇ ਨੇ। ਕਸ਼ਮੀਰ ਨੀਤੀ 'ਤੇ ਜਾਣ ਬੁੱਝ ਕੇ SC ST ਨੀਤੀ ਦੇ ਨਾਲ ਵਿਰੋਧ ਜੁੜ ਗਿਆ ਕਿ ਉਹ ਜਿਹੜੀ ਸਮੱਸਿਆ ਦਾ ਹੱਲ ਕਰਨਾ ਚਾਹੁੰਦੇ ਸੀ। ਨਹਿਰੂ ਸਾਹਿਬ ਨੇ ਉਹ ਘਟਨਾ ਲਟਕਾਈ, ਉਹ ਅੱਜ ਵੀ ਇੰਡੀਆ ਨੂੰ ਦੁੱਖ ਦਿੰਦੀ ਆ। ਅੱਜ ਵੀ ਲੱਖਾਂ ਹੀ ਸਾਡੇ ਮਿਲਟਰੀ ਵਾਲੇ, ਸਾਡੇ ਬੱਚੇ, ਸਾਡੇ ਧੀਆਂ ਪੁੱਤ ਮਾਰੇ ਜਾ ਰਹੇ ਆ। ਉਹ ਇਹਨਾਂ ਦੀ ਗਲਤੀ ਨੀਤੀ ਸੀ, ਨਹਿਰੂ ਦੀ ਗਲਤ ਨੀਤੀ ਸੀ। ਉਹ ਤਾਂ ਕਸ਼ਮੀਰ ਨੀਤੀ ਤੋਂ ਉਹਨਾਂ ਨੇ ਵਿਰੋਧ ਕੀਤਾ। ਫਿਰ ਵਿਦੇਸ਼ ਨੀਤੀ 'ਤੇ ਵੀ ਉਹ ਨਾਰਾਜ਼ ਸੀ। ਕਿਉਂ? ਵਿਦੇਸ਼ ਵਿੱਚ ਜਿੰਨਾ ਇਹ ਲੋਕਾਂ ਦੇ ਨਾਲ ਸੰਬੰਧ ਵਿਗਾੜਦੇ ਸੀ, ਪੂਰੇ ਭਾਰਤ ਦਾ ਬਜਟ 350 ਕਰੋੜ ਸੀ, ਅਤੇ ਇਹਨੇ ਇਕੱਲਾ ਮਿਲਟਰੀ ਲਈ 150 ਕਰੋੜ ਰੱਖਿਆ। ਉਹ ਨਾਰਾਜ਼ ਸੀ, ਕਹਿੰਦਾ ਇਹਦਾ ਕੀ ਮਤਲਬ ਆ, ਜਿਹੜਾ ਇੰਨੀ ਆਬਾਦੀ 70 ਕਰੋੜ ਆ, ਉਹਨਾਂ ਨੂੰ ਕਿੱਥੇ ਸਿੱਟਾਂਗੇ, ਉਹਨਾਂ ਨੂੰ ਜਿਹੜੇ ਹੱਕ ਬਣਦੇ ਆ, ਉਹਨਾਂ ਦੀ ਰਿਆਇਤਾਂ ਬਣਦੀਆਂ, ਉਹ ਕਿੱਥੇ ਦੇਵਾਂਗੇ। ਫਿਰ ਅਗਲੇ ਸੀਗਾ ਫਿਰ ਹਿੰਦੂ ਕੋਡ ਜਿਹੜੇ ਬਿੱਲ ਵਾ, ਇਹਦੇ ਉੱਤੇ ਨਹਿਰੂ ਦੀ ਅਤੇ ਗਾਂਧੀ ਦੀ, ਇਹ ਜਿਹੜੇ ਬੰਦੇ ਲਾ ਲਓ, ਇਹਨਾਂ ਦੀ ਦੋਗਲੀ ਨੀਤੀ ਸੀ। ਇਹ ਬੋਲਦੇ ਹੋਰ ਸੀ, ਇਹਨਾਂ ਨੇ ਆਪਣੀ ਭਾਸ਼ਾ ਨੂੰ ਮੁਰੇ ਹੋਰ ਕਿਤੇ ਸੀ। ਇਸ ਕਰਕੇ ਇਹ ਹਿੰਦੂ ਕੋਡ ਐਕਟ ਦੇ ਉੱਤੇ ਸਾਡੇ ਭਾਰਤ ਰਤਨ ਵੀਰ ਅੰਬੇਡਕਰ, ਸਾਡੇ ਮਸੀਹਾ ਸਾਹਿਬ ਨੇ ਅਸਤੀਫਾ ਦੇ ਦਿੱਤਾ। ਮੈਂ ਜਿੱਦਾਂ ਪਹਿਲਾਂ ਕਿਹਾ, ਇੱਥੇ ਇਹੀ ਆ ਵੀ ਡਾਕਟਰ ਸਾਹਿਬ ਨੇ ਕਿਹਾ, ਮੈਂ ਨਾ ਬਿਮਾਰ ਆ, ਮੈਂ ਨਾ ਅਸਮਰੱਥ ਹਾਂ ਕੰਮ ਕਰਨੇ ਤੋਂ, ਮੈਂ ਪੂਰਾ ਕੰਮ ਕਰ ਸਕਦਾ ਹਾਂ, ਪਰ ਅਸਲ ਦੇ ਵਿੱਚ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਬੇਈਮਾਨੀ ਕਰਦੇ ਆ, ਮੈਂ ਤੁਹਾਡੀ ਬੇਈਮਾਨੀ ਤੋਂ ਨਿਰਾਸ਼ ਹਾਂ, ਇਸ ਕਰਕੇ ਮੈਂ ਅਸਤੀਫਾ ਦਿੰਦਾ, ਵਰਨਾ ਮੈਂ ਅਸਤੀਫਾ ਨਹੀਂ ਸੀ ਦੇਣਾ, ਭਾਗੀਦਾਰ ਨਹੀਂ ਬਣਨਾ, ਮੈਂ ਭਾਗੀਦਾਰ ਨਹੀਂ ਬਣਨਾ। ਚਲੋ ਪ੍ਰਿੰਸੀਪਲ ਆਪਾਂ ਥੋੜ੍ਹਾ ਜਿਹਾ ਗੱਲ ਨੇੜੇ ਕਰ ਦਈਏ। ਇਹ ਜਿੱਦਾਂ ਅਸੀਂ ਸਮਝਦੇ ਹਾਂ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਡੇ ਧਾਰਮਿਕ, ਵਿਸ਼ੇਸ਼ ਤੌਰ ਧਾਰਮਿਕ ਆਗੂ ਰਹੇ, ਭਾਵੇਂ ਕਿ ਉਹਨੇ ਵੀ ਕ੍ਰਾਂਤੀਕਾਰੀ ਰਾਜ ਭਾਗ ਦੇ ਜਿਹੜੇ ਸੰਕੇਤ ਦਿੱਤੇ ਆਪਣੀ ਬਾਣੀ 'ਚ। ਇਸੇ ਤਰ੍ਹਾਂ ਹੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਜਿਹੜਾ ਸਿਆਸੀ ਤੌਰ ਦੇ ਉੱਤੇ ਉਹਨਾਂ ਦਾ ਇੱਕ ਬਹੁਤ ਵੱਡਾ ਕੱਦ ਜਿਹੜਾ ਉਹ ਵਿਸ਼ਵ ਲੈਵਲ ਦੇ ਉੱਤੇ ਜਿਹੜਾ ਇਹ ਉੱਭਰਿਆ। ਅਤੇ ਕਈ ਵਾਰੀ ਗੱਲ ਚੱਲਦੀ ਆ ਕਿ ਦੋਹਾਂ ਦੇ ਵਿੱਚ ਕਈ ਜਿਹੜੇ ਲੋਕ ਆ ਜਾਂ ਕਿੱਦਾਂ ਵਿਦਵਾਨ ਆ, ਉਹ ਥੋੜ੍ਹਾ ਉਹਨਾਂ 'ਚ ਭਿੰਨਤਾ ਪਾਉਂਦੇ ਆ ਵੀ ਇਹਨਾਂ ਦੇ 'ਚ ਆਪਸ ਵਿੱਚ ਕੋਈ ਸਮਾਨਤਾ ਨਹੀਂ ਸੀ। ਤੁਸੀਂ ਇਸ ਗੱਲ ਨੂੰ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਕਲੀਅਰ ਕਰੋ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਦੇ ਵਿੱਚ ਕੋਈ ਵਿਚਾਰ ਕਿੱਦਾਂ ਸਮਾਨਤਾ ਸੀ, ਉਹ ਕੀ ਸੀ? ਸਹਿਲੋ ਸਾਹਿਬ ਜੀ, ਇਸ ਵਿਸ਼ੇ ਦੇ ਉੱਤੇ ਮੈਂ ਜਿਹੜਾ ਕਹਿਣਾ ਚਾਹੁੰਦਾ ਨਿੱਜੀ ਤੌਰ 'ਤੇ, ਅਸੀਂ ਦੋ ਬੰਦਿਆਂ ਦੀ ਸਮਾਨਤਾ ਨਹੀਂ ਗਿਣਦੇ, ਮੈਂ ਤਿੰਨਾਂ ਦੀ ਗਿਣਦਾ ਹਾਂ। ਠੀਕ ਹੈ, ਠੀਕ ਹੈ। ਪਹਿਲੀ ਸਮਾਨਤਾ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਰਵਿਦਾਸ ਮਹਾਰਾਜ ਜੀ, ਠੀਕ ਹੈ। ਉਹਨਾਂ ਦੇ ਰੂਪ ਇੱਕੋ ਸਨ 'ਚ, ਇੱਕ 91 'ਚ, ਇੱਕ 95 'ਚ, ਇੱਕ ਰਾਜ ਸੀ, ਇੱਕ ਧਾਰਮਿਕ। ਦੋ ਰੂਪ ਜਿਹੜੇ ਬਾਅਦ ਵਿੱਚ ਆਏ, ਡਾਕਟਰ BR ਅੰਬੇਡਕਰ ਸਾਹਿਬ 91 'ਚ, ਉਹਨਾਂ ਦੇ ਬਾਅਦ ਬ੍ਰਹਮ ਗਿਆਨੀ ਆਪ ਪਰਮੇਸ਼ਰ ਸੰਤ ਸਰਵਣਦਾਸ ਮਹਾਰਾਜ ਬੱਲਾਂ ਵਾਲੇ 95 ਦੇ ਵਿੱਚ। ਇਹ ਦੋਏ ਇੱਕ ਸਿੱਕੇ ਦੇ ਦੋ ਇੱਕੋ ਪਹਿਲੂ ਸੀਗੇ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਵਿਚਾਰਧਾਰਾ ਦੇ ਮੁਤਾਬਕ ਇਹਨਾਂ ਨੇ ਰਾਜ ਸੀ,
ਗਿਆਨ ਪ੍ਰਾਪਤ ਕਰਕੇ ਭਾਰਤ ਦੇ ਲੋਕਾਂ ਨੂੰ ਥੱਲੇ ਨਹੀਂ ਲੱਗਣ ਦਿੱਤਾ, ਅਗਵਾਈ ਕੀਤੀ ਹਾਂਜੀ ਸਫਲ। ਠੀਕ ਹੈ ਤੇ ਧਾਰਮਿਕ ਤੌਰ ਤੇ ਕਿ ਅੱਗੇ ਨਾ ਚੱਲ ਜਾਵੇ, ਉਹਨਾਂ ਨੂੰ ਪਤਾ ਸੀ ਕੀ ਹੋਣ ਵਾਲਾ। ਉਹਨਾਂ ਨੇ ਸਤਿਗੁਰੂ ਸਾਹਮਣੇ ਸਰਵਣਦਾਸ ਮਹਾਰਾਜ ਦੇ ਰੂਪ ਦੇ ਵਿੱਚ ਉਹ ਆਪ ਆਏ। ਠੀਕ ਹੈ ਸਮਾਨਤਾ ਇਹਨਾਂ ਦੀ ਕਲੀਅਰ ਹੈ ਜਿਹੜੀ ਆ, ਉਹ ਮੈਂ ਕਰ ਦਿੰਦਾ। ਤੁਸੀਂ ਡਾਕਟਰ ਸਾਹਿਬ ਦੀ ਭਾਸ਼ਾ 'ਚ ਸੁਣ ਲਓ। ਅਛੂਤ ਕੌਣ ਆ? ਠੀਕ ਹੈ ਅਛੂਤ ਲੋਕ ਕੌਣ ਸੀਗੇ? ਠੀਕ ਹੈ ਇਹ ਛੂਤ ਕਿੱਦਾਂ ਬਣੇ? ਤੇ ਉਹਨਾਂ ਦੇ ਵਿੱਚ ਲਿਖਿਆ ਆ, ਮੈਂ ਆਪਣੀ ਇਹ ਕਿਤਾਬ ਹਾਂਜੀ ਉਪਰੋਕਤ 3 ਪ੍ਰਸਿੱਧ ਸੰਤਾਂ ਨੂੰ ਦੀ ਯਾਦ ਨੂੰ ਭੇਟ ਕਰਦਾ। ਠੀਕ ਹੈ ਉਹ ਸੰਤ ਅਛੂਤ ਸੀਗੇ, ਅਛੂਤਾਂ 'ਚ ਪੈਦਾ ਹੋਏ। ਉਹਨਾਂ ਨੇ ਆਪਣੀ ਪਵਿੱਤਰਤਾ, ਪਾਇਟੀ, ਠੀਕ ਹੈ ਪਵਿੱਤਰਤਾ ਦੇ ਨਾਲ ਨਿਰਮਲਤਾ, ਠੀਕ ਹੈ ਸ਼ੁੱਧਤਾ, ਨੇਕੀ, ਠੀਕ ਵੈਲਫੇਅਰਨੈਸ, ਭਲਾਈ, ਉਹ ਵੀ ਉਹੀ ਅੱਖਰ ਆ, ਹਾਂਜੀ ਹਾਂਜੀ ਨੈਤਿਕਤਾ, ਮੋਰੈਲਿਟੀ, ਔਰ ਉਹਦੇ ਨਾਲ ਹੀ ਉਹਨਾਂ ਦਾ ਸਦਾਚਾਰ, ਜਿਹਨੂੰ ਰਵਿਦਾਸ ਜੀ ਕਹਿੰਦੇ ਆ, ਸਤ ਸੰਤੋਖ ਔਰ ਸਦਾਚਾਰ ਜੀਵਨ ਕੋ ਆਧਾਰ। ਜੀਵਨ ਕੋ ਆਧਾਰ। ਠੀਕ ਹੈ ਰਵਿਦਾਸ ਭਏ ਨਰ ਦੇਵਤੇ ਜਿਨ ਤਿਆਗੇ 5 ਵਿਕਾਰ। ਜਿਨ੍ਹਾਂ ਨੇ ਇੱਕ ਮਿਸ਼ਨ ਲੈ ਕੇ ਚੱਲੇ, ਕਹਿੰਦੇ ਉਹ ਦੇਵਤਿਆਂ ਸਮਾਨ ਪੂਜੇ ਗਏ। ਉਹ ਕਹਿੰਦੇ ਉਹ ਜਿਹੜਾ ਸਦਾਚਾਰ ਡਾਕਟਰ ਸਾਹਿਬ ਨੇ ਸ਼ਬਦ ਵਰਤਿਆ, ਇਹ ਸਾਰੇ ਸ਼ਬਦ ਸ੍ਰੀ ਗੁਰੂ ਰਵਿਦਾਸ ਜੀ ਦੇ ਆ। ਸਦਾਚਾਰ ਕਹਿੰਦੇ ਠੀਕ ਹੈ ਸਦਕਾ ਸਾਰੀ ਦੁਨੀਆ ਦੇ ਸਤਿਕਾਰਯੋਗ ਬਣੇ ਇਹ ਜਿਹੜੇ ਮਹਾਪੁਰਸ਼ ਆ, ਜਿਨ੍ਹਾਂ ਲਈ ਮੈਂ ਲਿਖਦਾ ਆ, ਇਹ ਸਾਰੀ ਦੁਨੀਆ ਦੇ ਵਿੱਚ ਪੂਜੇ ਗਏ। ਠੀਕ ਹੈ ਇਹ ਕੌਣ ਸੀਗੇ? ਮਹਾਪੁਰਸ਼ ਸ੍ਰੀ ਆਨੰਦ ਨਾਰ ਜੀ, ਮਹਾਪੁਰਸ਼ ਸਤਿਗੁਰੂ ਰਵਿਦਾਸ ਜੀ, ਮਹਾਪੁਰਖ ਸਤਿਗੁਰ ਚੋਖਾ ਮੇਲਾ ਜੀ। ਚੋਖਾ ਤਿੰਨਾਂ ਦਾ ਜ਼ਿਕਰ। ਤਿੰਨਾਂ ਦਾ ਜ਼ਿਕਰ ਉਸ ਕਿਤਾਬ ਦੇ ਵਿੱਚ। ਸੋ ਤੁਸੀਂ ਇਹ ਲਾਵੋ, ਜਿਹੜੇ ਡਾਕਟਰ ਸਾਹਿਬ ਨੇ ਧਾਰਮਿਕ ਹੱਕ ਲੈ ਕੇ ਦਿੱਤੇ ਆ, ਸਮਾਜਿਕ ਹੱਕ ਲੈ ਕੇ ਦਿੱਤੇ ਆ, ਹਾਂਜੀ ਪੋਲੀਟੀਕਲ ਹੱਕ ਲੈ ਕੇ ਦਿੱਤੇ ਆ, ਨੈਤਿਕਤਾ ਦੀ ਗੱਲ ਕੀਤੀ ਆ, ਠੀਕ ਆਪਣੀ ਦੁਨਿਆਵੀ ਮਾਨਵਤਾ ਦੀ ਗੱਲ ਕੀਤੀ ਆ, ਇਹ ਸਾਰੇ ਦੇ ਸਾਰਾ ਢਾਂਚਾ ਡਾਕਟਰ ਨੇ ਪਰਮ ਪਿਤਾ ਪਰਮਾਤਮਾ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦੇ ਵਿੱਚੋਂ ਲਿਆ। ਬੇਗਮਪੁਰੇ ਦਾ ਸੰਕਲਪ ਲਿਆ, ਪਰ ਅਧੀਨਤਾ ਪਾਪ ਹੈ, ਇਹ ਸੰਕਲਪ ਉਹਦੇ ਵਿੱਚੋਂ ਲਿਆ। ਮੱਖੀਆਂ ਦੀ ਤਰ੍ਹਾਂ ਪੜ੍ਹੋ ਜੁੜੋ ਸੰਘਰਸ਼ ਕਰੋ, ਉਹਨਾਂ ਦੇ ਸੰਦੇਸ਼ ਤੋਂ ਲਿਆ। ਅਵਿਦਿਆ ਹਿਤ ਕੀਨ ਵਿਦਿਆ ਪੜ੍ਹੋ, ਉਹਨਾਂ ਦੀ ਦੂਜੇ ਤੋਂ ਲਿਆ। ਮੈਂ ਤਾਂ ਇਹ ਗੱਲ ਕਹੂੰਗਾ, ਠੀਕ ਹੈ ਭਾਰਤੀ ਸੰਵਿਧਾਨ ਅੰਦਰ ਠੀਕ ਹੈ ਭਾਰਤ ਰਤਨ ਡਾਕਟਰ BR ਅੰਬੇਡਕਰ ਨੇ ਹਾਂਜੀ ਭਾਰਤੀ ਅਛੂਤਾਂ ਦੇ ਲਈ ਜਿਹੜੀ ਲੜਾਈ ਲੜੀ, ਜਿਹੜੇ ਅਧਿਕਾਰ ਲੈ ਕੇ ਦਿੱਤੇ, ਜਿਹੜੇ ਭਲਾਈ ਭਰਿਆ ਮੰਦਰ ਠੀਕ ਹੈ ਭਾਰਤ ਦੇ ਲੋਕਾਂ ਦੇ ਲਈ ਅਸਾਰਿਆ, ਉਹਦੇ ਕਰਕੇ ਭਾਰਤ ਦਾ ਇਹ ਭੀਮ, ਹਾਂ ਠੀਕ ਹੈ ਭੀਮਾ ਕਿਹਾ ਜਾਣ ਵਾਲਾ ਭੀਮ ਰਾਓ ਬਣਿਆ। ਠੀਕ ਹੈ ਭੀਮ ਰਾਓ ਅੰਬੇਡਕਰ ਬਣਿਆ। ਅੰਬੇਡਕਰ ਠੀਕ ਉਹਦੇ ਬਾਅਦ ਭੀਮ ਰਾਓ ਅੰਬੇਡਕਰ ਬਣਿਆ। ਠੀਕ ਹੈ ਜਿਹਨੂੰ ਗਰੀਬਾਂ ਦਾ ਮਸੀਹਾ ਗਿਆ ਉਹ ਬਣਿਆ। ਭਾਰਤ ਦੇ ਬਾਬਾ ਸਾਹਿਬ ਬਣੇ। ਠੀਕ ਹੈ ਫਿਰ ਬਾਬਾ ਸਾਹਿਬ ਤੋਂ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਭਾਰਤ ਰਤਨ ਬਣੇ। ਠੀਕ ਹੈ ਮੈਂ ਜ਼ਿੰਦਗੀ 'ਚ ਕਹਿਣਾ ਚਾਹੁੰਦਾ ਕਿ ਡਾਕਟਰ ਸਾਹਿਬ ਦੀ ਜ਼ਿੰਦਗੀ ਦੀਆਂ ਲਿਖਤਾਂ ਦਾ ਇੱਕ ਇੱਕ ਅੱਖਰ ਜਿਹੜਾ ਆ, ਉਹ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਫਿਲਾਸਫੀ ਨੂੰ ਦਰਸਾਉਂਦਾ ਆ, ਕਿਉਂਕਿ ਉਹਨਾਂ ਨੇ ਉਹਨਾਂ ਦੇ ਲਈ ਕੀਤਾ। ਮੈਨੂੰ ਸੰਵਿਧਾਨ ਵਿੱਚ ਦਰਜ ਕਿਸੇ ਵੀ ਆਰਟੀਕਲ ਦੇ ਉੱਤੋਂ, ਠੀਕ ਕਿਸੇ ਵੀ ਭਾਸ਼ਾ ਦੇ ਉੱਤੋਂ, ਕਿਸੇ ਵੀ ਹੱਕ ਦੇ ਉੱਤੇ, ਕਿਸੇ ਵੀ ਹੋਰ ਕਿਸੇ ਸਾਧੂ ਸੰਤ ਦਾ ਅਸਰ ਦਿਖਾਈ ਨਹੀਂ ਦਿੰਦਾ। ਠੀਕ ਹੈ ਜੇ ਕੋਈ ਅਸਰ ਦਿਖਾਈ ਦਿੰਦਾ ਆ, ਜਾਂ ਕਹਿ ਲਓ ਸਤਿਗੁਰੂ ਰਵਿਦਾਸ ਜੀ ਮਹਾਰਾਜ, ਸੰਤ ਕਬੀਰ ਸਾਹਿਬ, ਸੰਤ ਨਾਮਦੇਵ ਜੀ ਮਹਾਰਾਜ, ਕਿਉਂਕਿ ਤਿੰਨੇ ਹੀ ਇੱਕ ਸੀ। ਇਸ ਕਰਕੇ ਜੇ ਕੋਈ ਉਹਨਾਂ ਦੇ ਨਾਲ ਕਿਤੇ ਜੁੜਦਾ ਆ, ਕਿਉਂਕਿ ਇਹ ਸਾਂਝੀ ਸੀ ਇਹਨਾਂ ਦੀ, ਇਸ ਕਰਕੇ ਮੈਂ ਤਾਂ ਇਹ ਕਹੂੰਗਾ ਇਹ ਇੱਕੋ ਹੀ ਸਿੱਕਾ ਸੀ, ਇੱਕੋ ਹੀ ਵਿਚਾਰਧਾਰਾ ਸੀ, ਇੱਕੋ ਹੀ ਇਹ ਦੁਨਿਆਵੀ ਪੱਖ ਸੀ, ਸਿਰਫ ਟਾਈਮ ਦਾ ਫਰਕ ਸੀ। ਇਹ ਡਾਕਟਰ ਸਾਹਿਬ ਅਤੇ ਸੰਤ ਸਰਵਣਦਾਸ ਮਹਾਰਾਜ ਲੇਟ ਆਏ ਆ, ਉਹ ਉਹਨਾਂ ਦਾ ਪਰਮਾਰਥੀ ਰੂਪ ਸੀ, ਇਹ ਇਹਨਾਂ ਦਾ ਦੁਨਿਆਵੀ ਅਤੇ ਪਰਮਾਰਥੀ ਸੀ। ਅਤੇ ਉਹ ਸੰਤ ਸਰਵਣਦਾਸ ਮਹਾਰਾਜ ਨੂੰ ਮਿਲੇ ਵੀ ਆ, ਉਹਨਾਂ ਨੇ ਗੱਲਾਂ ਬਾਤਾਂ ਵੀ ਕੀਤੀਆਂ। ਉਹਨਾਂ ਨੇ ਆਪਣੇ ਮਿੱਤਰਾਂ ਸੱਜਣਾਂ ਨੂੰ, ਜਿਹੜੇ ਆਪਣੇ ਸੀਗੇ ਵਿਸ਼ਨਾ ਰਾਮ ਬਿਰਦੀ ਜੀ, ਉਹਨਾਂ ਦੇ ਸਾਥੀ ਜਿਹੜੇ ਸੀਗੇ ਪੰਨੂ ਰਾਮ ਜੀ, ਆਪਣੇ ਰਾਮਨਗਰ ਵਾਲੇ, ਉਹਨਾਂ ਦੇ ਸੁੱਚਾ ਸਿੰਘ ਜੀ ਸੀਗੇ ਹੁਸ਼ਿਆਰਪੁਰ ਵਾਲੇ, ਅਤੇ ਡਾਕਟਰ ਸਾਡੇ MLA ਸੀ ਮਾਲਪੁਰ ਦਾ, ਉਹਦੇ ਪਿੰਡ ਦੇ ਸਕਰੂਲੀ ਦੇ ਸੀਗੇ, ਕੁਝ ਹੋਰ ਬੰਦੇ ਮੈਂਬਰ ਸੀਗੇ। ਉਹ ਸਾਰਿਆਂ ਨਾਲ ਹੀ ਉਹ ਕਰਦੇ ਰਹਿੰਦੇ ਸੀ, ਕਹਿਣਾ ਜਦੋਂ ਸੰਤ ਸਰਵਣਦਾਸ ਮਹਾਰਾਜ ਦਿੱਲੀ ਆਉਣਗੇ ਤਾਂ ਮੈਨੂੰ ਜ਼ਰੂਰ ਮਿਲਾਉਣਾ। ਅਤੇ ਮਹਾਰਾਜ ਸਰਵਣਦਾਸ ਸੰਤ ਹਮੇਸ਼ਾ ਹੀ ਕਹਿੰਦੇ ਹੁੰਦੇ ਸੀ, ਕਹਿੰਦੇ ਮੇਰੇ ਕੌਮ ਦੇ ਸ਼ੇਰ ਪੁੱਤਰਾ, ਠੀਕ ਆ, ਇੱਦਾਂ ਹੀ ਕੌਮ ਦੀ ਸੇਵਾ ਦੇ ਵਿੱਚ ਡਟਿਆ ਰਹੀ।
ਡਟਿਆ ਰਹਿਣਾ। ਦੁਨੀਆ ਇੱਕ ਦਿਨ ਤੇਰੇ ਪੈਰ ਚੁੰਮਿਆ ਕਰੂਗੀ। ਠੀਕ ਆ। ਇਹ ਸਤਿਗੁਰੂ ਸਵਾਮੀ ਸਰਵਣਦਾਸ ਮਹਾਰਾਜ ਦਾ ਬ੍ਰਹਮ ਗਿਆਨੀਆਂ ਦੇ ਤੌਰ ਤੇ, ਬ੍ਰਹਮ ਗਿਆਨੀ 5 ਸਾਲ ਦਾ ਹੋਵੇ, 10 ਸਾਲ ਦਾ ਹੋਵੇ, ਬ੍ਰਹਮ ਗਿਆਨੀ ਭਾਰਤੀ ਹੋਵੇ, ਵਿਦੇਸ਼ੀ ਹੋਵੇ, ਬੰਦਾ ਹੋਵੇ, ਜਨਾਨੀ ਹੋਵੇ, ਬੁੱਢਾ ਹੋਵੇ, ਗੋਰਾ ਹੋਵੇ, ਕਾਲਾ ਹੋਵੇ, ਬ੍ਰਾਹਮਣ ਹੋਵੇ, ਹਿੰਦੂ ਹੋਵੇ, ਜੇ ਬ੍ਰਹਮ ਗਿਆਨੀ ਆ ਠੀਕ ਹੈ। ਤਾਂ ਉਹਦੀ ਕੋਈ ਭਾਸ਼ਾ ਹੁੰਦੀ ਆ ਲੋਕਾਂ ਦੀ ਭਲਾਈ। ਤੇ ਮਹਾਰਾਜ ਕਹਿੰਦੇ ਦੁਨੀਆ ਤੇਰੇ ਪੈਰ ਚੁੰਮੂਗੀ। ਬਿਲਕੁਲ ਬਿਲਕੁਲ। ਇਸ ਕਰਕੇ ਸ਼੍ਰੀ ਮੈਂ ਤਾਂ ਇਹੀ ਕਹੂੰਗਾ, ਭਾਰਤ ਰਤਨ ਨੇ ਜੋ ਪ੍ਰਾਪਤ ਕੀਤਾ ਠੀਕ ਹੈ। ਉਹ ਇਹਨਾਂ ਤੋਂ ਪ੍ਰਾਪਤ ਕੀਤਾ, ਕਿਉਂਕਿ ਇਹ ਮੈਂ ਇਹ ਸਮਝਦਾ ਇਹ ਇਹਨਾਂ ਦੇ ਫਿਜ਼ੀਕਲ ਰੂਪ ਸੀ, ਪਰ ਇਹ ਰੂਪ ਉਹਨਾਂ ਉੱਪਰ ਸਤਿਗੁਰੂ ਸਵਾਮੀ ਸਰਵਣਦਾਸ ਮਹਾਰਾਜ ਜੀ ਦੇ ਸੀ। ਨਹੀਂ ਤਾਂ ਬੰਦਾ ਇੱਕ ਗੱਲ ਤੇ ਪੂਰ ਕੋ ਆ ਜਾਊਗਾ, 2 ਗੱਲਾਂ ਤੇ ਪੂਰਾ ਉਤਰੂਗਾ, 3 ਤੇ ਪੂਰਾ ਉਤਰੂਗਾ। ਉਹ ਗੁਰੂ ਰਵਿਦਾਸ ਬਾਣੀ ਤੇ ਹੀ ਪੂਰਾ ਉਤਰ ਗਏ। ਬਿਲਕੁਲ ਠੀਕ। ਇਹਦਾ ਮਤਲਬ ਆ ਇਹ ਇੱਕ ਗੱਲ ਆ। ਹਾਂ, ਜੇ ਕੋਈ ਕਹਿੰਦਾ ਇਹ ਡਾਕਟਰ ਸਾਹਿਬ ਨੇ ਉਹ ਤੋਂ ਲਈ ਸਿੱਖਿਆ, ਉਹ ਤੋਂ ਲਈ ਸਿੱਖਿਆ, ਉਹ ਤੋਂ ਲਈ ਸਿੱਖਿਆ, ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਹੱਥ ਜੋੜ ਕੇ ਵੀ ਮੈਨੂੰ ਇੱਕ ਲਾਈਨ ਵੀ ਦਿਖਾ ਦਿਓ ਭਾਰਤੀ ਸੰਵਿਧਾਨ ਵਿੱਚ ਜਿਹੜੀ ਉਹਨਾਂ ਨੇ ਕਿਸੇ ਤੋਂ ਪ੍ਰਾਪਤ ਕੀਤੀ ਔਰ ਭਾਰਤੀ ਸੰਵਿਧਾਨ 'ਚ ਅੰਕਿਤ ਕੀਤੀ। ਜੱਸੀ ਸਾਹਿਬ, ਇਹਦੇ ਨਾਲ ਇੱਕ ਆਪਾਂ ਹੋਰ ਵੀ ਗੱਲ ਥੋੜੀ ਜਿਹੀ ਜੋੜ ਸਕਦੇ ਹਾਂ। ਹਾਂਜੀ ਹਾਂਜੀ, ਜਿੱਦਾਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਬਿਲਕੁਲ ਇੱਕ ਮੂਲ ਮੰਤਰ ਦੇ ਤੌਰ ਤੇ ਹਾਂਜੀ ਦਿੱਤਾ, ਪੜੋ, ਜੁੜੋ ਤੇ ਤੇ ਸੰਘਰਸ਼ ਕਰੋ। ਠੀਕ ਹੈ, ਇਹ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਹੀ ਬਿਲਕੁਲ ਜਿਹੜੇ ਉਹਨਾਂ ਦੇ ਉਪਦੇਸ਼ ਆ ਉਹਨਾਂ ਚੋਂ ਲਿਆ। ਜਿੱਦਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਜੀ, ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀ ਕੁਲੀਨ। ਠੀਕ ਹੈ ਜੀ। ਬਿਲਕੁਲ ਸਹੀ ਗੱਲ। ਦੂਜਾ ਜਿਹੜਾ ਆਮ ਆਪਾਂ ਗੱਲ ਕਰਦੇ ਆ, ਸੰਗਤ ਨੂੰ ਜੋੜਨ ਦੀ ਗੱਲ ਕਰਦੇ ਆ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਪ ਮਖੀਰਾ। ਤੇ ਇੱਦਾਂ ਜਿੱਦਾਂ ਬਾਬਾ ਸਾਹਿਬ ਨੇ ਉਹ ਸੰਘਰਸ਼ ਦੀ ਗੱਲ ਕੀਤੀ ਆ, ਤੇ ਸਤਿਗੁਰੂ ਰਵਿਦਾਸ ਮਹਾਰਾਜ ਨੇ ਵੀ ਸੰਘਰਸ਼ ਦੀ ਆਪਣੀ ਬਾਣੀ ਦੇ ਵਿੱਚ ਜਿਹੜੀ ਗੱਲ ਕੀਤੀ ਆ, ਜਿਹਦਾ ਪਰਾਧੀਨਤਾ ਪਾਪ ਹੈ ਜਾਨ ਲਿਹੋ ਰੇ ਮੀਤ। ਸੋ ਇਹ ਵੀ ਇੱਕ ਇਹ ਸਮਾਨਤਾ ਦੀ ਜਿਹੜੀ ਆ, ਉਹਨਾਂ ਦੀ ਜਿਹੜੀ ਆ ਉਹ ਨਿਸ਼ਾਨੀ ਜੁੜਦੀ ਆ। ਸੋ ਇਹ ਗੱਲ ਕਹਿਣੀ ਇਹ ਕੋਈ ਸ਼ੋਭਦੀ ਨਹੀਂ ਵੀ ਇਹਨਾਂ ਦੋਹਾਂ ਮਹਾਂਪੁਰਸ਼ਾਂ ਦੀ ਜਿਹੜੀ ਵਿਚਾਰਧਾਰਾ ਸੀ ਇਹ ਉਹ ਅੱਡ ਅੱਡ ਸੀ। ਬਹੁਤ ਵਧੀਆ ਢੰਗ ਦੇ ਨਾਲ ਤੁਸੀਂ ਇਹਦਾ ਵਿਖਿਆਨ ਜਿਹੜਾ ਆ ਉਹ ਕੀਤਾ। ਇਹ ਆਸ ਕਰਦੇ ਆ ਵੀ ਜਿਹੜੇ ਸਾਡੇ ਸਰੋਤੇ ਆ ਉਹ ਇਹ ਤੋਂ ਪੂਰੀ ਜਿਹੜੀ ਆ ਉਹ ਸੇਧ ਲੈਣਗੇ। ਸੋ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਿਹੜੇ ਪੂਰੇ ਦਾ ਪੂਰਾ ਜਿਹੜਾ ਜੀਵਨ ਸੀ ਉਹ ਸੰਘਰਸ਼ ਸੀਗਾ। ਹੋਰ ਦਿਨ ਰਾਤ ਹਰ ਪਲ ਜਿਹੜਾ ਉਹਨਾਂ ਦਾ ਸੰਘਰਸ਼ ਵਿੱਚੋਂ ਵਿਚਰਿਆ। ਤੇ ਇੱਕ ਇਸ ਛੋਟੀ ਜਿਹੀ ਵਾਰਤਾ ਦੇ ਵਿੱਚ, ਇੰਟਰਵਿਊ ਦੇ ਵਿੱਚ, ਤੇ ਅਸੀਂ ਸਾਰੇ ਉਹਨਾਂ ਦੇ ਪੱਖ ਜਿਹੜੇ ਆ ਉਹ ਨਹੀਂ ਸਾਂਝੇ ਕਰ ਸਕਦੇ। ਸੋ ਚੰਦ ਜਿਹੜੇ ਮੁੱਖ ਸੀਗੇ ਉਹਨਾਂ ਤੇ ਆਪਾਂ ਜਿਹੜਾ ਇੱਕ ਸਾਂਝ ਪਾਈ ਆ। ਸੋ ਆਸ ਕਰਦੇ ਆ ਕਿ ਪਾਠਕ ਜਿਹੜੇ ਆ ਉਹ ਇਸ ਚੀਜ਼ ਦੇ ਉੱਤੋਂ ਪਸੰਦ ਕਰਨਗੇ, ਆਪਣੀ ਸੇਧ ਇਹ ਲੈਣਗੇ। ਸੋ ਅੱਜ ਤੇ ਇਸ ਗੱਲ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪਰਿਨਿਰਵਾਣ ਦਿਵਸ ਦੇ ਉੱਤੇ ਜਿਹੜੀ ਆਪਾਂ ਇਹ ਗੱਲਬਾਤ ਕੀਤੀ ਆ, ਸੋ ਇਹ 'ਤੇ ਮੈਂ ਸਾਰੇ ਆਪਣੇ ਬੱਲਾ ਟੀਵੀ ਦੇ ਜਿਹੜੇ ਸਰੋਤੇ ਆ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਬਾਬਾ ਸਾਹਿਬ ਦੇ ਪਰਿਨਿਰਵਾਣ ਦਿਵਸ ਦੇ ਉੱਤੇ ਸੱਚੀ ਸੁੱਚੀ ਜਿਹੜੀ ਹੈ ਸ਼ਰਧਾਂਜਲੀ ਭੇਟ ਕਰਦਾ ਹਾਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੈ ਗੁਰਦੇਵ, ਜੈ ਭੀਮ। ਦਾਸ ਸਤਪਾਲ ਜੱਸੀ ਬੱਲਾ ਟੀਵੀ ਤੇ ਦਿੱਤੇ ਗਏ ਵਿਚਾਰ ਜਿਹੜੇ ਆ ਇਸ ਅਵਸਰ ਨੂੰ ਮੁਹੱਈਆ ਕਰਾਉਣ ਲਈ ਬ੍ਰਹਮ ਗਿਆਨੀ ਸੰਤ ਨਿਰੰਜਨ ਦਾਸ ਮਹਾਰਾਜ ਅਤੇ ਪ੍ਰਬੰਧਕਾਂ ਦਾ, ਬੱਲਾ ਟੀਵੀ ਦੇ ਪ੍ਰਬੰਧਕਾਂ ਦਾ ਜਿੱਥੇ ਧੰਨਵਾਦ ਕਰਦਾ, ਉੱਥੇ ਬੱਲਾ ਟੀਵੀ ਦੀਆਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਸੋ ਜੈ ਗੁਰਦੇਵ, ਧੰਨ ਗੁਰਦੇਵ।